ਸ੍ਰੀ ਵਾਹਿਗੁਰੂ ਜੀ। ਅਸੰਖ ਜਪ ਅਸੰਖ ਭਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਓ ਲੜੀਵਾਰ ਕਥਾ ਦਾ ਜੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਪਹਿਲਾ ਅੰਮ੍ਰਿਤਮਈ ਬਾਣੀ ਹੈ, ਅਸੀਂ ਬ੍ਰਹਮ ਗਿਆਨ ਦੀ ਦਾਤੀ ਉਚਾਰਨ ਕੀਤੀ, ਸਾਨੂੰ ਸਿੱਖੀ ਬਖਸ਼ੀ ਤੇ ਹੁਣ ਸਾਨੂੰ ਆਪਣੀ ਅੰਮ੍ਰਿਤਮਈ ਬਾਣੀ ਦੀ ਕਥਾ ਬਖਸ਼ੀ ਹੋਈ ਹੈ। ਪਿੱਛੇ 16 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। 17ਵੀਂ ਪੌੜੀ ਜਿਹਦੇ ਵਿੱਚ ਸਿੱਧਾਂ ਦਾ ਕੋਈ ਬਹੁਤਾ ਔਖਾ ਪ੍ਰਸ਼ਨ ਨਹੀਂ ਹੈ, ਸਿਰਫ ਇੰਨਾ ਹੀ ਹੈ ਕਿ ਜਿਹੜੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਪਰਮਾਤਮਾ ਜਿਹਦਾ ਵਰਣਨ ਆਪ ਜੀ ਨੇ ਕੀਤਾ ਹੈ, ਹੁਣ ਉਹਦੀ ਰਚਨਾ ਦੇ ਬਾਰੇ, ਉਹਦੀ ਸ੍ਰਿਸ਼ਟੀ ਬਾਰੇ ਕੋਈ ਜਾਣਕਾਰੀ ਦਿਓ। ਮਹਾਰਾਜ ਸਾਹਿਬ ਕਹਿੰਦੇ ਉਹਦਾ ਸ੍ਰਿਸ਼ਟੀ ਦਾ ਵੀ ਅੰਤ ਨਹੀਂ, ਕਰਤੇ ਕੇ ਕਰਨੇ ਨਾ ਹੀ ਸੁਮਾਰ। ਪਿੱਛੇ ਤੁਹਾਨੂੰ ਦੱਸ ਕੇ ਹਟੇ ਹਾਂ, ਪਰ 3 ਪ੍ਰਕਾਰ ਦੀ ਸ੍ਰਿਸ਼ਟੀ, ਸਾਂਤਕੀ, ਰਾਜਸੀ, ਤਾਮਸੀ, ਇਹਦੇ ਵਿੱਚ ਦੱਸਦੇ ਹੋਏ ਹੁਣ ਪਹਿਲਾਂ ਸਾਂਤਕੀ ਸ੍ਰਿਸ਼ਟੀ ਤੇ ਰਾਜਸੀ ਸ੍ਰਿਸ਼ਟੀ ਬਾਰੇ ਕਥਨ ਕਰਨਗੇ। ਤੇ ਰਾਜਸੀ ਸ੍ਰਿਸ਼ਟੀ ਤੋਂ ਵੀ ਪਹਿਲਾਂ ਸਾਂਤਕੀ ਸ੍ਰਿਸ਼ਟੀ ਜਿਹੜੀ ਦੈਵੀ ਸੰਪਦਾ ਵਾਲੀ ਹੈ, ਉਹਦੇ ਬਾਰੇ ਕਥਨ ਕਰਦੇ ਨੇ। ਇਹਦੀ ਹਰ ਤੁਕ ਦੇ ਵਿੱਚ 5-5 ਅਰਥ ਜਿਹੜੇ ਨਾਲ ਦੀ ਨਾਲ ਲੱਗਣਗੇ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸ਼ਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਅਸੰਖ ਜਪ ਅਸੰਖ ਭਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਆਓ ਲੜੀਵਾਰ ਕਥਾ ਦਾ ਜੋ ਗੁਰੂ ਨਾਨਕ ਸਾਹਿਬ ਨੇ ਕਿਰਪਾ ਕਰਕੇ ਪਹਿਲਾ ਅੰਮ੍ਰਿਤਮਈ ਬਾਣੀ ਹੈ, ਅਸੀਂ ਬ੍ਰਹਮ ਗਿਆਨ ਦੀ ਦਾਤੀ ਉਚਾਰਨ ਕੀਤੀ, ਸਾਨੂੰ ਸਿੱਖੀ ਬਖਸ਼ੀ ਤੇ ਹੁਣ ਸਾਨੂੰ ਆਪਣੀ ਅੰਮ੍ਰਿਤਮਈ ਬਾਣੀ ਦੀ ਕਥਾ ਬਖਸ਼ੀ ਹੋਈ ਹੈ। ਪਿੱਛੇ 16 ਪੌੜੀਆਂ ਤੱਕ ਕਥਾ ਹੋ ਚੁੱਕੀ ਹੈ। 17ਵੀਂ ਪੌੜੀ ਜਿਹਦੇ ਵਿੱਚ ਸਿੱਧਾਂ ਦਾ ਕੋਈ ਬਹੁਤਾ ਔਖਾ ਪ੍ਰਸ਼ਨ ਨਹੀਂ ਹੈ, ਸਿਰਫ ਇੰਨਾ ਹੀ ਹੈ ਕਿ ਜਿਹੜੀ ਸ੍ਰਿਸ਼ਟੀ ਦਾ ਕਰਤਾ ਪਰਮੇਸ਼ਰ ਪਰਮਾਤਮਾ ਜਿਹਦਾ ਵਰਣਨ ਆਪ ਜੀ ਨੇ ਕੀਤਾ ਹੈ, ਹੁਣ ਉਹਦੀ ਰਚਨਾ ਦੇ ਬਾਰੇ, ਉਹਦੀ ਸ੍ਰਿਸ਼ਟੀ ਬਾਰੇ ਕੋਈ ਜਾਣਕਾਰੀ ਦਿਓ। ਮਹਾਰਾਜ ਸਾਹਿਬ ਕਹਿੰਦੇ ਉਹਦਾ ਸ੍ਰਿਸ਼ਟੀ ਦਾ ਵੀ ਅੰਤ ਨਹੀਂ, ਕਰਤੇ ਕੇ ਕਰਨੇ ਨਾ ਹੀ ਸੁਮਾਰ। ਪਿੱਛੇ ਤੁਹਾਨੂੰ ਦੱਸ ਕੇ ਹਟੇ ਹਾਂ, ਪਰ 3 ਪ੍ਰਕਾਰ ਦੀ ਸ੍ਰਿਸ਼ਟੀ, ਸਾਂਤਕੀ, ਰਾਜਸੀ, ਤਾਮਸੀ, ਇਹਦੇ ਵਿੱਚ ਦੱਸਦੇ ਹੋਏ ਹੁਣ ਪਹਿਲਾਂ ਸਾਂਤਕੀ ਸ੍ਰਿਸ਼ਟੀ ਤੇ ਰਾਜਸੀ ਸ੍ਰਿਸ਼ਟੀ ਬਾਰੇ ਕਥਨ ਕਰਨਗੇ। ਤੇ ਰਾਜਸੀ ਸ੍ਰਿਸ਼ਟੀ ਤੋਂ ਵੀ ਪਹਿਲਾਂ ਸਾਂਤਕੀ ਸ੍ਰਿਸ਼ਟੀ ਜਿਹੜੀ ਦੈਵੀ ਸੰਪਦਾ ਵਾਲੀ ਹੈ, ਉਹਦੇ ਬਾਰੇ ਕਥਨ ਕਰਦੇ ਨੇ। ਇਹਦੀ ਹਰ ਤੁਕ ਦੇ ਵਿੱਚ 5-5 ਅਰਥ ਜਿਹੜੇ ਨਾਲ ਦੀ ਨਾਲ ਲੱਗਣਗੇ। ਸੋ ਆਓ ਮਨ ਵਿੱਚ ਇਕਾਗਰ ਕਰਕੇ ਸ਼ਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਅਸੰਖ ਜਪ ਅਸੰਖ ਭਾਉ। ਮਾਰੇ ਕਹਿੰਦੇ ਸਿੱਧੋ ਅਸੰਖ ਜਪ, ਅਸੰਖ ਜਿਹੜਾ ਸੰਖ ਨਾਮ ਗਿਣਤੀ ਦਾ ਹੈ। 1 ਤੋਂ ਲੈ ਕੇ ਜਦੋਂ ਗਿਣਤੀ ਕਰਦੇ ਕਰਦੇ ਗਿਣਤੀ ਹਜ਼ਾਰਾਂ ਤੋਂ ਬਾਅਦ ਲੱਖਾਂ ਤੇ ਕਰੋੜਾਂ ਤੇ ਸੰਖਾਂ ਤੇ ਪਹੁੰਚਦੇ ਆ, ਸੰਖੋ ਸੰਖੀ ਤੱਕ। ਉਸ ਤੋਂ ਬਾਅਦ ਫਿਰ ਗਿਣਤੀ ਅਣਗਿਣਤ ਰੂਪ ਦੇ ਵਿੱਚ ਆ ਜਾਂਦੀ ਹੈ। ਜਦੋਂ ਗਿਣੀ ਨਾ ਜਾਵੇ, ਸੰਖ ਤੋਂ ਪ੍ਰਸੰਖ, ਸੰਖਿਆ ਗਿਣਤੀ ਦਾ ਨਾਮ ਹੈ। ਫਿਰ ਅਣਗਿਣਤ ਸ਼ਬਦ ਜਿਹੜਾ ਹੈ ਤੇ ਉਹ ਅਸੰਖ ਲੱਗਦਾ ਹੈ, ਵੀ ਜਿਹਦੀ ਸੰਖਿਆ ਹੀ ਨਹੀਂ ਹੈ, ਜਿਹਦੀ ਗਿਣਤੀ ਨਹੀਂ ਹੋ ਸਕਦੀ। ਮਹਾਰਾਜ ਸਾਹਿਬ ਜੀ ਕਹਿੰਦੇ ਸਿੱਧੋ ਅਸੰਖ ਜਪ, ਅਣਗਿਣਤ ਪ੍ਰਕਾਰ ਦੇ ਜਾਪਕ ਜਿਹੜੇ ਹਨ, ਪਰਮੇਸ਼ਰ ਦੇ ਜਪ, ਜਪਣ ਯੋਗ ਜਿਹੜੇ ਨਾਮ ਹਨ ਉਹਦੇ, ਜਿਵੇਂ ਸ਼ੇਸ਼ਨਾਗ ਜਪਦਾ ਹੈ, ਜਾਂ ਬਹੁਤ ਸਾਰੇ ਮੰਤਰ ਨੇ। ਕਲਿਆਣਕਾਰੀ ਮੰਤਰ ਹੈ, ਸੋ ਦਿਹਾਏ ਮੰਤਰ ਹੈ, ਸ਼ਤਰੂ ਦਮਨ ਮੰਤਰ ਹੈ, ਸੰਕਟ ਮੋਚਨ ਮੰਤਰ ਹੈ, ਅਗਮਰਖਣ ਮੰਤਰ ਹੈ, ਕਾਮਿਆ ਕਲਪ ਆਦਿ ਇਹੋ ਜਿਹੇ ਅਣਗਿਣਤੀ ਜਾਪ ਉਹਦੇ ਹੈ ਤੇ ਅਣਗਿਣਤੀ ਜਾਪ ਕਰਨ ਵਾਲੇ ਨੇ। ਤੇ ਅਣਗਿਣਤ ਹੀ ਜਪਾਂ ਦੀਆਂ ਵਿਧੀਆਂ ਨੇ, ਅਣਗਿਣਤ ਹੀ ਜਪ ਕਰਨ ਵਾਲੇ ਗ੍ਰੰਥ ਨੇ ਜਿਹੜੇ ਦੱਸਦੇ ਨੇ
ਤੇ ਅਣਗਿਣਤ ਹੀ ਜਪਾਂ ਦੇ ਫਲ ਨੇ। ਅਸੰਖ ਭਾਉ, ਅਣਗਿਣਤ ਹੀ ਵੀ ਜਿਹਦੀ ਗਿਣਤੀ ਨਹੀਂ ਹੋ ਸਕਦੀ। ਪਰਮਾਤਮਾ ਦਾ ਜਿਹੜਾ ਪ੍ਰੇਮ ਹੈ ਉਹ ਵੀ ਬਹੁਤ ਕਿਸਮ ਦਾ ਹੈ, ਅਣਗਿਣਤ ਹੈ। ਅਣਗਿਣਤ ਪ੍ਰਕਾਰ ਦੇ ਪ੍ਰੇਮੀ ਨੂੰ ਪ੍ਰੇਮ ਕਰਨ ਵਾਲੇ, ਅਣਗਿਣਤ ਪ੍ਰਕਾਰ ਦੇ ਪ੍ਰੇਮੀਆਂ ਦੀਆਂ ਵਿਧੀਆਂ ਹਨ। ਅਣਗਿਣਤ ਹੀ ਅਸੰਖ, ਅਣਗਿਣਤ ਹੀ ਪ੍ਰੇਮ ਕਥਨ ਕਰਨ ਵਾਲੇ ਗ੍ਰੰਥ ਨੇ। ਅਣਗਿਣਤ ਹੀ ਪ੍ਰੇਮ ਦਾ ਫਲ ਹੈ। ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੋ ਇਸ ਪ੍ਰਕਾਰ ਕਥਨ ਕਰਦੇ ਹਨ। ਅਸੰਖ ਪੂਜਾ ਅਸੰਖ ਤਪ ਤਾਉ। ਗਿਣਤੀ ਤੋਂ ਰਹਿਤ ਪ੍ਰਕਾਰ ਦੀ ਪੂਜਾ ਹੈ। ਅਣਗਿਣਤ ਪ੍ਰਕਾਰ ਦੀ ਪੂਜਾ ਕਰਨ ਵਾਲੇ ਨੇ। ਅਣਗਿਣਤ ਪ੍ਰਕਾਰ ਦੀਆਂ ਪੂਜਾ ਦੀਆਂ ਵਿਧੀਆਂ ਨੇ। ਅਣਗਿਣਤ ਪ੍ਰਕਾਰ ਹੀ ਪੂਜਾ ਦੀ ਸਮੱਗਰੀ ਹੈ। ਅਣਗਿਣਤ ਪ੍ਰਕਾਰ ਪੂਜਾ ਦੇ ਫਲ ਨੇ। ਅਸੰਖ ਤਪ ਤਾਉ, ਅਸੰਖ ਗਿਣਤੀ ਤੋਂ ਰਹਿਤ ਅਣਗਿਣਤ ਪ੍ਰਕਾਰ ਦੇ ਰਾਜਸੀ, ਤਾਮਸੀ, ਸਾਂਤਕੀ ਇਹ ਭੇਦਨ ਤਪ ਦੇ। ਤੇ ਅਸੰਖ ਪ੍ਰਕਾਰ ਦੇ ਤਾਉ ਤਪ ਸਾਧਨ ਕਰਨ ਵਾਲੇ ਤਪੀਏ ਨੇ। ਅਣਗਿਣਤ ਪ੍ਰਕਾਰ ਦੀ ਤਪ ਸਾਧਨ ਦੀਆਂ ਵਿਧੀਆਂ ਨੇ। ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਸਾਹਿਬ ਨੇ ਇਹ ਸਾਰੀਆਂ ਵਿਧੀਆਂ ਸ਼੍ਰੀ ਨਾਨਕ ਪ੍ਰਕਾਸ਼ ਦੇ ਵਿੱਚ, ਗੁਰੂ ਨਾਨਕ ਦੇ ਜੀਵਨ ਦੇ ਵਿੱਚ ਜਦੋਂ ਚੂਹੜਕਾਣੇ ਗਏ ਸੀ। ਸੁੰਦਰ ਆਸ਼ਰਮ ਏਕ ਨਿਹਾਰੀ, ਜਹ ਤਪੀਸਰ ਤਪ ਤਪ ਹੈ ਭਾਰੀ। ਕਹਿ ਆਸਨ ਕਹਿ ਊਰਧ ਬਾਹੂ, ਬਿਟਵਤ ਲਟਕਤ ਕੋ ਉਠਾਉ। ਇਹਦੇ ਵਿੱਚ ਸਾਰੇ ਹੀ ਕਥਨ ਕੀਤਾ ਹੈ ਵੀ ਕੋਈ ਪੁੱਠਾ ਲਟਕਦਾ ਹੈ, ਕੋਈ ਬਾਹਾਂ ਤਾਹਾਂ ਕੀਤੀਆਂ, ਕਿਸੇ ਦੇ ਸੁਆਹ ਮਲੀ ਹੋਈ ਹੈ, ਕਿਸੇ ਦੇ ਜਟਾਂ ਧਾਰੀਆਂ ਨੇ। ਇਸ ਤਰ੍ਹਾਂ ਦੇ ਤਪ ਕਰਨ ਵਾਲੇ ਵੀ ਅਨੇਕਾਂ ਹੀ। ਅਣਗਿਣਤ ਪ੍ਰਕਾਰ ਦੇ ਤਪਾਂ ਦੇ ਕਥਨ ਕਰਨ ਵਾਲੇ ਗ੍ਰੰਥ ਹਨ। ਅਣਗਿਣਤ ਪ੍ਰਕਾਰ ਦੇ ਤਪਾਂ ਦੇ ਫਲ ਵੀ ਹਨ। ਅਸੰਖ ਗ੍ਰੰਥ ਮੁਖ ਵੇਦ ਪਾਠ। ਗਿਣਤੀ ਤੋਂ ਰਹਿਤ ਗ੍ਰੰਥ ਜਿਵੇਂ ਉਪਨਿਸ਼ਦਾਂ ਨੇ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਵੇਦ ਪਾਠ ਹੈ। ਅਣਗਿਣਤ ਪ੍ਰਕਾਰ ਹੀ ਉਹਨਾਂ ਦੇ ਮੁੱਖੋਂ ਪਾਠ ਕਰਨ ਦੀਆਂ ਵਿਧੀਆਂ ਤੇ ਐਸੀਆਂ ਉਚਾਰਨ ਕੀਤੀਆਂ ਜਾਂਦੀਆਂ। ਅਣਗਿਣਤ ਪ੍ਰਕਾਰ ਦੇ ਮੁੱਖ ਤੋਂ ਵੇਦ ਪਾਠ ਕਰਨ ਵਾਲੇ ਵਿਦਵਾਨ ਬਹੁਤ ਸਾਰੇ ਰਿਸ਼ੀ ਨੇ ਜਿਨ੍ਹਾਂ ਦੇ ਨਾਂ ਲਿਆ ਜਾ ਸਕਦਾ। ਅਣਗਿਣਤ ਪ੍ਰਕਾਰ ਦੇ ਤੇ ਜਿਹੜੇ ਮਹਾਂਪੁਰਖ ਉਹਨਾਂ ਦੇ ਮੁੱਖ ਦੁਆਰਾ ਗ੍ਰੰਥਾਂ ਦਾ ਪਾਠ ਕਰਨ ਵਾਲੇ ਜਾਣੀਦੇ ਨੇ। ਅਣਗਿਣਤ ਪ੍ਰਕਾਰ ਦੇ ਹੀ ਮੁੱਖ ਨਾਲ ਪਾਠ ਕਰਨ ਦਾ ਫਲ ਦੱਸਿਆ ਹੈ। ਅਸੰਖ ਜੋਗ ਮਨ ਰਹਿ ਉਦਾਸ। ਗਿਣਤੀ ਤੋਂ ਰਹਿਤ ਤੇ ਜਿਹਦਾ ਉਹਦੇ ਪ੍ਰਕਾਰ ਕਿੰਨੇ ਪ੍ਰਕਾਰ ਦਾ ਯੋਗ ਹੈ, ਕਹਿੰਦੇ ਗਿਣਤੀ ਨਹੀਂ ਹੋ ਸਕਦੀ। ਜਿਵੇਂ ਹਠ ਯੋਗ ਹੈ, ਰਾਜ ਯੋਗ ਹੈ, ਭਗਤ ਯੋਗ ਹੈ, ਅਗਰਬਤ ਯੋਗ ਹੈ, ਸਬਰਗਤ ਯੋਗ ਹੈ। ਤੋ ਇਹ ਯੋਗਾਂ ਦੇ ਅਣਗਿਣਤ ਪ੍ਰਕਾਰ ਦੇ ਯੋਗ ਕਮਾਉਣ ਵਾਲੇ ਨੇ। ਮਨ ਰਹੇ ਹੈ ਉਦਾਸ, ਦੋ ਹਾਹੇ ਪੂਰੇ ਬੋਲਣੇ ਨੇ ਭਾਈ। ਅਣਗਿਣਤ ਹੀ ਮਨ ਹਿਰਦੇ ਦੇ ਵਿੱਚ ਯੋਗ ਨੂੰ ਧਾਰਨ ਕਰਕੇ ਸੰਸਾਰ ਤੋਂ ਉਦਾਸ ਨਾਮ ਹੈ ਉਪਰਾਮ ਹੋਣ ਦਾ। ਅਣਗਿਣਤ ਪ੍ਰਕਾਰ ਦੇ ਉਦਾਸ ਧਾਰਨ ਵਾਲੇ ਉਹਦੀਆਂ ਢੰਗ ਵਿਧੀਆਂ ਨੇ। ਅਣਗਿਣਤ ਪ੍ਰਕਾਰ ਦੇ ਤੇ ਯੋਗ ਵਿੱਚ ਉਦਾਸੀ ਦੇ ਫਲ ਲਿਖੇ ਹੋਏ ਨੇ। ਹੁਣ ਜਿਹੜਾ ਯੋਗ ਹੈ ਭਾਵੇਂ ਸਾਰੇ ਤਾਂ ਨਿਰਣਾ ਕਰਨਾ ਔਖਾ ਹੈ। ਇਹਦੇ 'ਚ ਲੈ ਯੋਗ ਹੈ। ਸੁਤੇ ਸਿੱਧ ਚਿੱਤ ਦੀਆਂ ਬਿਰਤੀਆਂ ਸੰਸਾਰ ਵੱਲੋਂ ਲੈ ਹੋ ਜਾਣੀਆਂ, ਪਦਾਰਥਾਂ ਵੱਲੋਂ ਸੰਸਕਾਰਾਂ ਦਾ ਇਕਾਗਰ ਹੋ ਕੇ, ਮਨ ਦਾ ਇਕਾਗਰ ਹੋ ਕੇ। ਇਸ ਤਰ੍ਹਾਂ ਦੇ ਜਿਹੜੇ ਤੱਤ ਵੇ ਤੇ ਕਰੋੜਾਂ ਹੀ ਨੇ। ਅਤੇ ਕਰੋੜਾਂ ਵਿੱਚੋਂ ਭਾਵੇਂ ਹੁੰਦਾ ਤਾਂ ਕੋਈ ਹੈ। ਅਤੇ ਪਦਾਰਥਾਂ ਵੱਲੋਂ ਅਤੇ ਸੰਸਕਾਰਾ ਬਿਰਤੀ, ਪਦਾਰਥਾਕਾਰ ਬਿਰਤੀ ਬਦਲ ਗਈ, ਇਕਾਗਰ ਹੋ ਗਿਆ ਮਨ। ਨਾਨਕ ਕੋਟਨ ਮੈਂ ਨਾਨਕੋ ਨਾਰਾਇਣ ਜੈ ਚੀਤੇ। ਕਰੋੜਾਂ ਦੇ ਵਿੱਚੋਂ ਭਾਵੇਂ ਇੱਕ ਅੱਧੇ ਨੇ, ਪਰ ਇਹੋ ਜਿਹੇ ਤੱਤ ਵੀ ਤੇ ਕਹਿੰਦੇ ਕਰੋੜਾਂ ਲੋਕਾਂ ਦੇ ਵਿੱਚੋਂ ਕੋਈ ਇੱਕ ਅੱਧੇ ਨੇ ਜਿਨ੍ਹਾਂ ਦਾ ਮਨ ਵਾਸ਼ਨਾਵਾਂ ਤੋਂ ਉਪਰਾਮ ਹੋ ਜਾਂਦਾ। ਪ੍ਰਮਾਣ ਵਿਪਰਜੈ ਸਿਮਰਤੀ, ਨਿੰਦਰਾ ਵਿਕਲਪ ਆਦਿ ਬਿਰਤੀਆਂ ਜਿਹੜੀਆਂ ਨੂੰ ਸੁਤੇ ਸਿੱਧੀ ਲੈ ਹੋ ਜਾਂਦੀਆਂ। ਇਹਨੂੰ ਲੈ ਯੋਗ। ਇਹ ਤੰਦਰਾ ਨਿੰਦਾ ਤੋਂ ਵੱਖਰਾ ਹੁੰਦਾ ਹੈ। ਤੰਦਰਾ ਨਿੰਦਾ ਕਿਹਨੂੰ ਕਹਿੰਦੇ ਨੇ? ਜਾਗੋ ਮਿੱਟੀ ਜੀ ਹੋਵੇ, ਆਲਸ ਜਦੋਂ ਆਈ ਹੁੰਦੀ ਹੈ, ਨਾ ਨੀਂਦ ਹੈ ਅਤੇ ਨਾ ਜਾਗਰਤ, ਇਹਨੂੰ ਤੰਦਰਾ ਬਿਰਤੀ ਕਹਿੰਦੇ ਨੇ। ਇਹ ਤੋਂ ਬਗੈਰ ਮੰਤਰ ਯੋਗ, ਮੰਤਰਾਂ ਨਾਲ ਬਿਰਤੀ ਦਾ ਜੋੜਨਾ, ਇਹਨੂੰ ਮੰਤਰ ਯੋਗ ਕਹਿੰਦੇ ਨੇ। ਹਠ ਯੋਗ, ਹਾਜਮਾ ਹਵਨ, ਜਿਸ ਸੂਰਜ ਦੀ ਸੁਰ ਲੈਣੀ, ਠਾ ਠੰਡ ਜਿਹਦੇ ਵਿੱਚ ਚੰਦਰਮਾ ਦੀ ਸੁਰ, ਈੜਾ ਪਿੰਗਲਾ ਜਿਹੜਾ ਕਹਿੰਦੇ ਆ। ਇਹ ਪ੍ਰਾਣਾਯਾਮ ਇਸ ਪ੍ਰਕਾਰ ਦਾ ਕਰਨਾ,
ਇਹ ਜਿਹੜਾ ਰਾਜ ਯੋਗ ਹੈ, ਪ੍ਰਕਾਸ਼ ਰੂਪ ਬ੍ਰਹਮ ਦੇ ਵਿੱਚ ਮਨ ਦਾ ਜੁੜ ਜਾਣਾ, ਜੈਸੇ ਜਲ ਮੈਂ ਕਮਲ ਨਿਰਾਲਮ ਜਾਂ ਪਿੱਛੇ ਗ੍ਰਹਿ ਗੁਰ ਬਚਨੋ ਉਦਾਸੀ ਹਉਮੈ ਮੋਹ ਜਲਾਇਆ। ਗ੍ਰਸਤੀ ਜੀਵਨ ਬਤੀਤ ਕਰਦੇ ਹਾਂ, ਉਸ ਵਾਹਿਗੁਰੂ ਵਿੱਚ ਜੁੜੇ ਰਹਿਣਾ। ਭਗਤ ਯੋਗ, ਭਗਤੀ ਕਰਦੇ ਬਿਰਤੀ ਸਥਿਤ ਕਰ ਲੈਣੀ। ਭਗਤ ਯੋਗ ਕੋ ਜੈਤਵਾਰ ਹਰ ਜਨ ਕੋ ਪਾਇਓ। ਗਿਆਨ ਯੋਗ, ਗਿਆਨ ਹੋ ਜਾਣ ਦੇ ਕਾਰਨ ਬਿਰਤੀ ਦਾ ਸਰੂਪ ਵਿੱਚ ਸਥਿਤ ਹੋ ਜਾਣਾ। ਅਗਰਭਤ ਯੋਗ ਹੁੰਦਾ ਮੰਤਰਾਂ ਤੋਂ ਬਿਨਾਂ ਪ੍ਰਾਣਾ ਚੜਾਉਣਾ, ਜਿਵੇਂ ਬਾਜੀਗਰ ਚੜਾ ਲੈਂਦੇ। ਸਗਰਭਤ ਯੋਗ ਹੁੰਦਾ ਮੰਤਰਾਂ ਦੇ ਸਹਿਤ ਪ੍ਰਾਣਾ ਦਾ ਜਿਹੜਾ ਚੜਾਉਣਾ। ਅਤੇ ਯੋਗ ਸ਼ਾਸਤਰ ਗ੍ਰੰਥ ਦੇ ਵਿੱਚ 44 ਕਿਸਮ ਦਾ ਯੋਗ ਲਿਖਿਆ ਹੈ, ਅਤੇ ਉਹ ਪੜ੍ਹਨਾ ਹੋਵੇ ਗੁਰਬਾਣੀ ਅਰਥ ਭੰਡਾਰ ਦੇ 267 ਪੰਨੇ 'ਤੇ ਪੜ੍ਹਿਆ ਜਾ ਸਕਦਾ। ਅਤੇ ਇਸ ਪ੍ਰਕਾਰ ਵੀ ਯੋਗ ਜਿਹੜਾ ਇਹ ਵੀ ਬਹੁਤ ਕਿਸਮ ਦਾ ਹੈ। ਸੰਖ ਭਗਤ ਗੁਣ ਗਿਆਨ ਵਿਚਾਰ। ਅਤੇ ਅਸੰਖ ਗਿਣਤੀ ਤੋਂ ਰਹਿਤ ਪ੍ਰਕਾਰ ਦੇ ਭਗਤ ਹਨ, ਜੋ ਸ਼ੁਭ ਗੁਣਾਂ ਦੀ ਵਿਚਾਰ ਕਰਕੇ ਨਾ ਗਿਆਨ ਪ੍ਰਾਪਤੀ ਕਰਦੇ। ਅਣਗਿਣਤ ਪ੍ਰਕਾਰ ਦੇ ਭਗਤ ਹਨ, ਜਿਵੇਂ ਆਰਤ ਭਗਤ ਹੈ, ਅਰਥਾਰਥੀ ਭਗਤ ਹੈ, ਅਨਨ ਭਗਤ ਹੈ, ਗਿਆਨੀ ਭਗਤ ਹੈ। ਲਾਖ ਭਗਤ ਅਰਾਧ ਹੈ ਜਪਤੇ ਪੀਓ ਪੀਓ। ਅਸੰਖ ਗਿਣਤੀ ਤੋਂ ਰਹਿਤ ਪ੍ਰਕਾਰ ਦੀਆਂ ਭਗਤੀਆਂ, ਫਿਰ ਮੈਂ ਭਗਤੀ ਹੋ ਗਈ, ਪਰਾ ਭਗਤੀ ਹੋ ਗਈ, ਅਪਰਾ ਭਗਤੀ ਹੋ ਗਈ। ਅਸੰਖ ਅਣਗਿਣਤ ਪ੍ਰਕਾਰ ਦੀ ਭਗਤੀ ਕਰਨ ਦੀਆਂ ਵਿਧੀਆਂ ਵੀ ਨੇ, ਅਤੇ ਅਣਗਿਣਤ ਪ੍ਰਕਾਰ ਦੇ ਗ੍ਰੰਥ ਨੇ ਜਿਨ੍ਹਾਂ 'ਚ ਭਗਤੀ ਕਰਨ ਦੀਆਂ ਵਿਧੀਆਂ ਲਿਖੀਆਂ ਹੋਈਆਂ ਨੇ। ਅਸੰਖ ਅਣਗਿਣਤ ਪ੍ਰਕਾਰ ਦੇ ਭਗਤਾਂ ਨੂੰ ਅਣਗਿਣਤ ਪ੍ਰਕਾਰ ਦੇ ਫਲ ਪ੍ਰਾਪਤ ਹੁੰਦੇ ਨੇ। 4 ਪ੍ਰਕਾਰ ਦੇ ਭਗਤ ਗੀਤਾ ਦੇ 'ਚ ਅਰਜੁਨ ਨੂੰ ਉਪਦੇਸ਼ ਦਿੰਦਿਆਂ ਭਗਵਾਨ ਕ੍ਰਿਸ਼ਨ ਜੀ ਨੇ ਵੀ ਕਥਨ ਕੀਤੇ ਹੈ। ਅਰਥਾਰਥੀ ਭਗਤ ਕਿਸੇ ਕਾਮਨਾ ਨੂੰ ਲੈ ਕੇ ਭਗਤੀ ਕਰਦੇ ਆ, ਉਹਨੂੰ ਅਰਥਾਰਥੀ ਭਗਤ ਕਹਿੰਦੇ ਨੇ। ਆਰਤ ਭਗਤ, ਆਰਤ ਨਾਮ ਦੁਖੀ ਦਾ ਹੈ, ਦੁਖੀ ਹੋ ਕੇ ਪਰਮੇਸ਼ਰ ਨੂੰ ਚੇਤੇ ਕਰਨਾ, ਜਿਵੇਂ ਧਰੂਣ ਨੇ ਦੁਖੀ ਹੋ ਕੇ ਪਰਮਾਤਮਾ ਦਾ ਚਿੰਤਨ ਕੀਤਾ, ਰਾਜ ਮਿਲ ਗਿਆ। ਅਨਨ ਭਗਤ ਜੋ ਕਿਸੇ ਹੋਰ ਨੂੰ ਨਹੀਂ ਮੰਨਦਾ, ਜਿਵੇਂ ਨਾਮਦੇਵ ਜੀ, ਕਬੀਰ ਜੀ, ਇਹ ਅਨਨ ਭਗਤ ਹੋਏ। ਗਿਆਨੀ ਭਗਤ ਜੋ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਫਿਰ ਵੀ ਵਾਹਿਗੁਰੂ ਦਾ ਆਰਾਧਨ ਕਰਦੇ, ਜਿਵੇਂ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਬਾਬਾ ਬੁੱਢਾ ਸਾਹਿਬ ਜੀ। ਕਹੋ ਨਾਨਕ ਕਿਰਪਾ ਭਾਈ ਭਗਤ ਗਿਆਨੀ ਸੋਏ। ਤੋ ਇਸ ਕਰਕੇ ਗੁਣ, ਅਸੰਖ ਭਗਤ ਗੁਣ ਗਿਆਨ ਵਿਚਾਰ, ਇਹ ਭਗਤੀ ਹੈ ਨਾ। ਅਣਗਿਣਤ ਹੀ ਗੁਣ, ਜਿਵੇਂ ਸਤ ਸੰਤੋਖ ਦਇਆ ਧਰਮ ਵਿਚਾਰ ਕਰਨਾ ਮੁਤਰਾ ਮੁਦਤਾ ਮੈਤਰੀ ਆਦਿ। ਅਣਗਿਣਤੀ ਗੁਣ ਗ੍ਰਹਿਣ ਕਰਨ ਦੀਆਂ ਵਿਧੀਆਂ ਨੇ, ਅਣਗਿਣਤ ਗੁਣਾਂ ਦੇ ਧਾਰਨੀ ਨੇ, ਅਣਗਿਣਤ ਪ੍ਰਕਾਰ ਦੇ ਗੁਣ ਦੇਣ ਵਾਲੇ ਗ੍ਰੰਥ ਨੇ, ਅਣਗਿਣਤ ਗੁਣਾਂ ਦੇ ਫਲ ਨੇ। ਤੋ ਗਿਆਨ, ਅਸੰਖ ਭਗਤ ਗੁਣ ਗਿਆਨ। ਹੁਣ ਗਿਆਨ ਦੀ ਵਿਚਾਰ ਹੈ, ਅਣਗਿਣਤ ਪ੍ਰਕਾਰ ਦਾ ਗਿਆਨ ਹੈ, ਜਿਵੇਂ ਸਰਵਣ ਗਿਆਨ, ਮੰਨਣ ਗਿਆਨ, ਸੰਵਾਦ ਗਿਆਨ, ਨਿਧਿਆਸਨ ਗਿਆਨ, ਤਤ ਤੂੰ ਪਦ ਦਾ ਗਿਆਨ, ਪ੍ਰੋਖ ਗਿਆਨ, ਅਪਰੋਖ ਗਿਆਨ, ਸੰਬੰਧ ਗਿਆਨ। ਅਣਗਿਣਤ ਪ੍ਰਕਾਰ ਦੇ ਗਿਆਨ ਦੇ ਧਾਰਨੀ ਗਿਆਨੀ ਨੇ, ਅਣਗਿਣਤ ਪ੍ਰਕਾਰ ਦੇ ਗਿਆਨ ਦੇ ਪੁਰਾਤਨ ਗ੍ਰੰਥ ਨੇ, ਅਣਗਿਣਤ ਪ੍ਰਕਾਰ ਦੇ ਗਿਆਨ ਦੇ ਫਲ ਨੇ, ਅਣਗਿਣਤ ਪ੍ਰਕਾਰ ਦੇ ਰਿਸ਼ੀ ਮੁਨੀ ਗਿਆਨ ਦੇ ਅੱਗੇ ਵਿਚਾਰ ਦੱਸਣ ਵਾਲੇ, ਲਿਖਣ ਵਾਲੇ ਨੇ। ਵਿਚਾਰ, ਅਸੰਖ ਭਗਤ ਗੁਣ ਗਿਆਨ ਵਿਚਾਰ, ਇਹ ਪਦ ਹੈ। ਅਣਗਿਣਤ ਪ੍ਰਕਾਰ ਦੀ ਵਿਚਾਰ ਹੈ, ਅਣਗਿਣਤ ਪ੍ਰਕਾਰ ਦੇ ਵਿਚਾਰ ਦੇ ਕਰਨ ਵਾਲੇ ਵਿਚਾਰਵਾਨ। ਅਣਗਿਣਤ ਪ੍ਰਕਾਰ ਦੀ ਵਿਚਾਰ ਕਰਨ ਦੀ ਵਿਧੀ ਹੈ, ਅਣਗਿਣਤ ਪ੍ਰਕਾਰ ਦੇ ਵਿਚਾਰ ਦੇ ਕਰਨ ਵਾਲੇ ਗ੍ਰੰਥ ਹਨ, ਅਣਗਿਣਤ ਪ੍ਰਕਾਰ ਹੀ ਵਿਚਾਰ ਦਾ ਫਲ ਹੈ। ਇਉਂ ਕਥਨ ਕੀਤਾ ਹੈ ਜੀ। ਅਸੰਖ ਸਤੀ ਅਸੰਖ ਦਾਤਾਰ। ਅਣਗਿਣਤ ਪ੍ਰਕਾਰ ਦੀ ਸਤੀ ਕੀ, ਇਹ ਸਤ ਨੂੰ ਧਾਰਨ ਕਰਨ ਵਾਲੇ ਸਤਵਾਦੀ ਲੋਕ ਨੇ। ਅਣਗਿਣਤ ਪ੍ਰਕਾਰ ਦੀਆਂ ਸਤ ਦੀਆਂ ਵਿਧੀਆਂ ਵੀ ਨੇ, ਅਣਗਿਣਤ ਪ੍ਰਕਾਰ ਦੀਆਂ ਸਤ ਸੰਬੰਧੀ ਪੁਸਤਕਾਂ ਲਿਖੀਆਂ ਹੋਈਆਂ ਨੇ, ਅਣਗਿਣਤ ਪ੍ਰਕਾਰ ਦੇ ਸਤ ਦੇ ਫਲ ਨੇ। ਅਸੰਖ ਸਤੀ, ਅਣਗਿਣਤ ਪ੍ਰਕਾਰ ਦੀਆਂ ਸਤੀਆਂ, ਸਤ ਰੱਖਣ ਵਾਲੀਆਂ ਸਤੀਆਂ। ਕਹੋ ਨਾਨਕ ਜਿਨ ਪਿਓ ਪਰਮੇਸ਼ਰ ਕਰ ਜਾਣਿਆ, ਧਨ ਸਤੀ ਦਰਗਹ ਪ੍ਰਵਾਨਿਆ। ਉਹ ਸਤੀ ਦਰਗਹ 'ਚ ਪ੍ਰਵਾਨ ਹੋ ਜਾਂਦੀ ਹੈ। ਸਤੀਆਂ ਜਿਹੜੀਆਂ ਨੇ ਉਹ 6 ਪ੍ਰਕਾਰ ਦੀਆਂ ਮੰਨੀਆਂ ਗਈਆਂ ਨੇ। ਪਹਿਲੀ ਸਤੀ ਜੋ ਆਪਣੇ ਪਤੀ ਤੋਂ ਬਿਨਾਂ ਬਾਕੀ ਸਭਨਾਂ ਨੂੰ ਇਸਤਰੀਆਂ ਹੀ ਸਮਝਣ, ਅਤੇ ਉਹਦਾ ਸਰੂਪ ਕਥਨ ਕੀਤਾ ਗੁਰਬਾਣੀ 'ਚ। ਬਿਨ ਪਿਰ ਪੁਰਖ ਨਾ ਜਾਣੀ, ਸੱਚ ਹੈ ਗੁਰ ਕੇ ਹੇਤ ਪਿਆਰ।
ਜਾਂ ਠਾਕਰ ਏਕ ਸਵਾਈ ਨਾਰ। ਇਹ ਪਹਿਲੀ ਕਿਸਮ ਦੀ ਸਤੀ ਹੈ। ਦੂਸਰੀ ਹੈ ਪਤੀਵਰਤਾ ਧਰਮ ਨਿਭਾਉਂਦਿਆਂ ਹੋਇਆਂ ਵੱਡਿਆਂ ਨੂੰ ਪਿਤਾ ਦੇ ਸਮਾਨ ਜਾਣਨਾ, ਬਰਾਬਰਦਿਆਂ ਨੂੰ ਭਰਾ ਜਾਣਨਾ, ਛੋਟਿਆਂ ਨੂੰ ਪੁੱਤਰ ਸਮਝਣਾ ਤੇ ਇਉਂ ਪਤੀ ਦੇ ਵਿੱਚ ਆਪਣਾ ਸਬਰ ਸੰਤੋਖ। ਇਹ ਪਤੀਵਰਤਾ ਦੂਸਰੀ ਸਤੀ ਹੈ। ਤੇ ਤੀਸਰੀ ਸਤੀ ਹੈ ਜੋ ਪਰਮੇਸ਼ਰ ਰੂਪ ਆਪਣੇ ਪਤੀ ਨੂੰ ਸਮਝਦੀ ਹੈ। ਇਹ ਮੇਰਾ ਤਾਂ ਪਤੀ ਪਰਮੇਸ਼ਰ ਹੈ, ਜੋ ਗੁਰਬਾਣੀ ਕੀ ਹੈ। ਚੌਥੀ ਸਤੀ ਹੈ ਜੋ ਤਨ ਕਰਕੇ ਕੁਕਰਮ ਤੋਂ ਤਾਂ ਬਚੀ ਰਹਿੰਦੀ ਹੈ, ਪਰ ਮਨ ਦੇ ਵਿੱਚ ਕਦੇ ਕਦੇ ਡੋਲ ਜਾਂਦੀ ਹੈ। ਪਰਾਏ ਪੁਰਸ਼ ਬਾਰੇ ਚਿਤਵਣੀਆਂ ਆਉਣ ਲੱਗ ਜਾਂਦੀਆਂ ਨੇ ਵਿਸ਼ੇ ਸੰਬੰਧੀ। ਹੈ ਇਹ ਵੀ ਸਤੀਆਂ ਦੇ ਵਿੱਚ, ਕਿਉਂਕਿ ਸਰੀਰ ਨੂੰ ਬਚਾ ਕੇ ਰੱਖਿਆ। ਪੰਜਵੀਂ ਹੈ ਜੋ ਪਰਾਏ ਪੁਰਸ਼ ਨਾਲ ਸੰਬੰਧ ਤਾਂ ਕਰਨਾ ਚਾਹੁੰਦੀਆਂ ਨੇ, ਪਰ ਉਹਨਾਂ ਨੂੰ ਕਦੇ ਸਮਾਂ ਪ੍ਰਾਪਤ ਨਾ ਹੋਣ ਕਰਕੇ, ਸਮੇਂ ਦੀ ਮਜਬੂਰੀ ਕਰਕੇ, ਲੋਕ ਲੱਜਾ ਕਰਕੇ ਸਰੀਰ ਬਚਿਆ ਰਿਹਾ ਹੈ। ਉਹ ਵੀ ਸਤੀ ਹੈ, ਪਰ ਘਟੀਆ ਕਿਸਮ ਦੀ ਸਤੀ ਵਿੱਚ ਆਉਂਦੀ ਹੈ। ਹੁਣ ਸਭ ਤੋਂ ਜਿਹੜੀ ਪਰਮ ਸਤੀ ਹੈ, ਛੇਵੀਂ ਉੱਤਮ ਸਤੀ ਜਿਹੜੀ ਗ੍ਰੰਥਾਂ 'ਚ ਮੰਨੀ ਹੈ, ਉਹ ਪਰਮ ਸਤੀ ਉਹ ਹੈ ਜਿਹੜਾ ਆਪਣੀ ਪਤੀ ਦਾ ਮਰਨਾ ਸੁਣ ਕੇ ਉਸੇ ਵੇਲੇ ਬ੍ਰਹਿ ਚੋਟ ਕਹਿੰਦੇ ਨੇ, ਪ੍ਰਾਣ ਤਿਆਗ ਦੇਵੇ। ਇਹਦੀ ਬਾਬਤ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ, ਸਤੀਆਂ ਇਹ ਨਾ ਆਖਿਆਨ ਜੋ ਮੜੀਆਂ ਲੱਗ ਜਲਨ। ਮਹਾਰਾਜ ਕਹਿੰਦੇ ਇਹ ਸਤੀਆਂ ਥੋੜ੍ਹੀਆਂ ਹੁੰਦੀਆਂ ਨੇ ਜਿਹੜੀਆਂ ਮੜੀਆਂ ਦੇ 'ਚ ਬ੍ਰਾਹਮਣਾਂ ਦੇ ਕਹਿਣ ਤੋਂ ਇਹ ਪ੍ਰਥਾ ਸੀ। ਸਤਯੁਗ ਤੋਂ ਲੈ ਕੇ ਪਤੀ ਮਰ ਗਿਆ ਤਾਂ ਉਹ ਸਾਰਾ ਕੁਛ ਬ੍ਰਾਹਮਣਾਂ ਨੂੰ ਦਾਨ ਕਰਕੇ ਤੇ ਅੱਗ ਵਿੱਚ ਸਾੜ ਦੇਣਾ। ਬੜਾ ਇਹ ਅਕਬਰ ਦੇ ਜ਼ਮਾਨੇ 'ਚ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਕਿਹਾ, ਅਕਬਰ ਉਹਨੇ ਕਿਹਾ ਸੇਵਾ ਦੱਸੋ ਮਹਾਰਾਜ। ਕਹਿੰਦੇ ਸੇਵਾ ਇਹੀ ਹੈ ਵੀ ਜਿਉਂਦੇ ਮਨੁੱਖ ਸੜਨੇ ਨਹੀਂ ਚਾਹੀਦੇ ਤੇਰੇ ਰਾਜ 'ਚ। ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਬ੍ਰਾਹਮਣਾਂ ਨੇ ਇਹ ਸਤੀ ਕਰਨ ਦੀ ਪ੍ਰਥਾ ਜਿਹੜੀ ਤੋਰੀ ਹੋਈ ਹੈ ਇਹ ਬੰਦ ਕਰ। ਤੂੰ ਕਾਨੂੰਨ ਬਣਾ, 22 ਸੂਬਿਆਂ ਦੇ ਸੂਬੇਦਾਰਾਂ ਨੂੰ ਹੁਕਮ ਕਰ, ਮੈਂ 22 ਸੂਬਿਆਂ 'ਚ ਆਪਣੇ ਸਿੱਖਾਂ ਨੂੰ ਨਿਵਾਜ ਕੇ ਭੇਜਦਾ, ਮੰਜੀਆਂ ਦੇ ਕੇ ਉਹਨਾਂ ਨੂੰ ਸਥਾਪਨ ਕਰਦਾ, ਇੱਕ ਇੱਕ ਸੂਬੇ 'ਚ ਪ੍ਰਚਾਰ ਕਰਨਗੇ। ਉਸ ਵੇਲੇ ਮਹਾਰਾਜ ਨੇ ਇਹ ਭੈੜੀ ਕੁਰੀਤ ਬੰਦ ਕੀਤੀ ਹੈ। ਤੇ ਪਰ ਮਹਾਰਾਜ ਨੇ ਇਹ ਨਾਨਕ ਸਤੀਆਂ ਜਾਣੀਆਂ ਜੇ ਬ੍ਰਹਿ ਚੋਟ ਮਰਨ, ਇਹਨੂੰ ਮੰਨਿਆ ਕਿ ਅਸਲੀ ਸਤੀ ਹੈ। ਉਹਦੇ 'ਚ ਪ੍ਰਸੰਗ ਆਉਂਦਾ ਹੈ ਕਿ ਭਗਤ ਜੈਦੇਵ ਜੀ ਹੋਏ ਨੇ, ਇਹਨਾਂ ਦੇ ਘਰ ਵਾਲੀ ਦਾ ਨਾਮ ਸੀ ਪਦਮਾਪਤੀ, ਤੇ ਉਹ ਵੀ ਭਗਤੀ ਦੇ ਵਿੱਚ ਪੂਰਨ ਸੀ। ਇਹਨਾਂ ਦਾ ਸੰਬੰਧ ਕਿਤੇ ਗਾਂਗਰਾਉਨ ਦੇ ਰਾਜਾ ਪੀਪਾ ਦੇ ਨਾਲ ਹੋ ਗਿਆ। ਉਹਦੇ ਘਰ ਸੀ ਜਿਹੜੀ ਸਤੀ ਸਹਿਚਰੀ, ਉਹਦਾ ਨਾਂ ਹੈ। ਤੇ ਉਹਨੇ ਫਿਰ ਪ੍ਰੇਮ ਦੇ ਨਾਲ ਉੱਥੇ ਆਪਣੇ ਕੋਲ ਸੱਦ ਕੇ ਬੜੀ ਸੇਵਾ ਕੀਤੀ। ਤੇ ਉਹ ਰਾਣੀ ਸੀਤਾ ਸਹਿਚਰੀ ਕਹਿੰਦੇ ਸੀ ਉਹਨੂੰ। ਤੇ ਇੱਕ ਦਿਨ ਕੀ ਹੋਇਆ, ਭਗਤ ਜੀ ਤਾਂ ਇਕਾਂਤ 'ਚ ਬੈਠੇ ਬੰਦਗੀ ਕਰੀ ਜਾਂਦੇ ਸੀ, ਰਾਜਾ ਸੇਵਾ ਕਰਦਾ ਸੀ, ਉਹ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਸੀ। ਇਹੀ ਭਗਤ ਜੈਦੇਵ ਹੈ ਜਿਹਦੀ ਕਿਰਪਾ ਨਾਲ ਰਾਜਾ ਦੇਵੀ ਦੇ ਉਪਾਸਕ ਤੋਂ ਮੁੜ ਕੇ ਇੱਧਰ ਭਗਤ ਬਣਦਾ। ਇਹਦੇ ਕਾਰਨ ਬਣਿਆ ਚੋਟ ਲੱਗੀ ਇੱਕ ਵੱਡੀ। ਉਹ ਚੋਟ ਕੀ ਹੈ ਉਹ ਮੈਂ ਦੱਸਦਾ ਅੱਗੇ, ਜੋ ਪੜ੍ਹਿਆ ਵਿਚਾਰਿਆ। ਤੇ ਭਗਤੀ ਕਰਦਿਆਂ ਪ੍ਰਤਾਪ ਦੇ ਨਾਲ ਉਹਨੂੰ ਵੀ ਤੂੰ ਦੇਵੀ ਤੋਂ ਮੁਕਤੀ ਮੰਗੀ, ਤੂੰ ਕਹੀ ਅਤੀ ਆਦ ਭਵਾਨੀ ਮੁਕਤ ਕੀ ਕਬੀਆ ਕਹਾਂ ਛਪਾਨੇ। ਉਹ ਛਪੀ ਫਿਰ ਨਾਮ ਇਹਦਾ ਪੀਪੇ ਭਗਤ ਦਾ, ਭਗਤ ਨਹੀਂ ਸੀ ਜੇ ਰਾਜੇ ਦਾ। ਜੈਦੇਵ ਤੇ ਯਕੀਨ ਹੋ ਗਿਆ। ਉਹ ਤਪੱਸਿਆ ਕਰਦਾ ਰਾਜਾ ਜੇ ਆਪਣੀ ਰਾਜਵਿਰਤੀ ਦੇ ਵਿੱਚ ਹੀ। ਤੇ ਇੱਕ ਦਿਨ ਕੀ ਹੋਇਆ, ਇਹ ਪੀਪੇ ਦੀ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਉਹਦਾ ਨਾਮ ਸੀ ਸਤੀ ਸਹਿਚਰੀ। ਫਿਰ ਤਾਂ ਬਹੁਤ ਬੰਦਗੀ ਵਾਲੀ ਵੀ ਬ੍ਰਹਮ ਗਿਆਨਣ ਹੋਈ ਹੈ, ਪਰ ਉਸ ਵੇਲੇ ਨਹੀਂ ਸੀ। ਇੱਕ ਦਿਨ ਜੈਦੇਵ ਦੇ ਘਰੋਂ ਪਦਮਾਪਤੀ ਨੂੰ ਕਹਿਣ ਲੱਗੀ, ਤੇ ਕਹਿੰਦੀ ਮੇਰੇ ਭਰਾ ਚੜ੍ਹਾਈ ਕਰ ਗਏ, ਸਵਰਗਵਾਸ ਹੋ ਗਏ, ਮੇਰੀਆਂ ਭਰਜਾਈਆਂ ਇੰਨੀਆਂ ਸਤਵੰਤੀਆਂ ਨਿਕਲੀਆਂ, ਕਹਿੰਦੀ ਨਾਲੇ ਅੱਗ 'ਚ ਸੜ ਕੇ ਸਤੀਆਂ ਹੋ ਗਈਆਂ। ਪਦਮਾਪਤੀ ਕਹਿੰਦੀ ਵੀ ਇਹ ਸਤੀਆਂ ਨਹੀਂ ਹੈ। ਕਹਿੰਦੀ ਹੱਦ ਹੋ ਗਈ ਭੈਣੇ, ਤੂੰ ਸਤੀ ਨਹੀਂ ਮੰਨਦੀ? ਕਹਿੰਦੀ ਨਹੀਂ, ਅੱਗ 'ਚ ਸੜਨਾ ਸਤੀ ਨਹੀਂ ਹੈ। ਕਹਿੰਦੀ ਹੋਰ ਕੀ ਹੈ? ਕਹਿੰਦੇ ਸਤੀ ਉਹ ਹੁੰਦੀ ਹੈ ਜਿਹੜਾ ਪਤੀ ਦਾ ਮਰਨਾ ਸੁਣ ਕੇ ਜਦੇ ਪ੍ਰਾਣ ਤਿਆਗ ਦੇਵੇ। ਉਹਦੇ ਮਨ ਨੂੰ ਰੜਕ ਲੱਗੀ ਇਸ ਗੱਲ ਦੀ, ਈਰਖਾ ਮਨ ਦੇ ਵਿੱਚ ਆ ਗਈ। ਮੈਂ ਕਿਹਾ ਵੀ ਮੈਂ ਦੇਖੂੰ ਫਿਰ ਇਹ ਵੀ ਐਸਾ ਕਹਿੰਦੀ ਹੈ ਕਿ ਜਾਂ ਇਹਦੇ 'ਤੇ ਪੱਕੀ ਹੈ। ਉਹ ਆਪਣੇ ਪਤੀ ਪੀਪੇ ਰਾਜੇ ਨੂੰ ਕਹਿਣ ਲੱਗੀ, ਸਤੀ ਸਹਿਚਰੀ ਕਹਿੰਦੀ ਜੀ ਮੇਰਾ ਇੱਕ ਕੰਮ ਬਹੁਤ ਜ਼ਰੂਰੀ ਹੈ। ਰਾਣੀ ਕਹਿਣ ਲੱਗੀ ਸਤੀ, ਕਹਿੰਦੇ ਦੱਸ।
ਕਹਿੰਦੇ ਵੀ ਮੈਂ ਤੈਨੂੰ ਇੱਕ ਪੁਸ਼ਾਕ ਦੇਣੀ ਆ, ਇਹ ਜਿਹੜੀ ਪੁਸ਼ਾਕ ਹੈ ਇਹ ਨਵੀਂ ਪੁਸ਼ਾਕ ਜੈਦੇਵ ਦੇ ਪਾ ਦੇ ਤੇ ਉਹਦੇ ਕੱਪੜੇ ਆਪਣੇ ਕੋਲ ਲੈ ਲੈ ਜਿਹੜੇ ਅੱਜ ਪਹਿਨੇ ਨੇ ਉਹਦੇ। ਉਹ ਕਹਿੰਦਾ ਠੀਕ। ਤੇ ਫਿਰ ਕਹਿੰਦੇ ਫਿਰ ਤੂੰ ਸ਼ਿਕਾਰ ਤਾਂ ਜਾਣਾ ਹੀ ਹੈ, ਉਹ ਖੂਨ ਦੇ ਨਾਲ ਜਿਹੜੇ ਚੰਗੀ ਤਰ੍ਹਾਂ ਕੱਪੜੇ ਭਿਉਂ ਕੇ ਲਿਆ ਕੇ ਮੈਨੂੰ ਦੇ ਦੇ। ਉਹ ਕਹਿੰਦਾ ਤੈਂ ਕੀ ਕਰਨੇ? ਕਹਿੰਦੇ ਜੀ ਤੁਸੀਂ ਬਸ ਮੇਰੀ ਬੇਨਤੀ ਮੰਨ ਲਓ। ਕਹਿੰਦਾ ਠੀਕ ਹੈ। ਮੇਰੀਆਂ ਭਰਜਾਈਆਂ ਨੂੰ ਨੇ ਕਿਹਾ ਵੀ ਇਸ ਤਰ੍ਹਾਂ ਦਾ ਮੈਂ ਥੋੜ੍ਹਾ ਜਿਹਾ ਇਹਦਾ ਪ੍ਰੀਖਿਆ ਕਰਨੀ ਚਾਹੁੰਦੀ। ਕਹਿੰਦੇ ਠੀਕ ਹੈ। ਉਹਨੇ ਐਸਾ ਕੀਤਾ, ਭਗਤ ਜੀ ਆ ਪੁਸ਼ਾਕ ਦੇ ਦਿਓ, ਨਵੀਂ ਪਹਿਨ ਲਓ। ਉਹਨੇ ਦੇ ਦਿੱਤੀ। ਉਹ ਤਾਂ ਸਰਲ ਸੁਭਾਅ ਸੀ, ਮੁੜ ਕੇ ਫੇਰ ਸਮਾਧੀ ਬਹਿ ਗਿਆ। ਖੂਨ ਦੇ ਨਾਲ ਰੰਗ ਕੇ ਜਾਨਵਰਾਂ ਦੇ ਨਾਲ ਉਹਨੇ ਦੇ ਦਿੱਤੀ ਆਪਣੀ ਰਾਣੀ ਸੀਤਾ ਨੂੰ। ਸੀਤਾ ਸਹਿਚਰੀ ਨੇ ਮੂੰਹ ਜਾ ਬਣਾ ਕੇ ਲਮਕਾ ਕੇ ਕਹਿੰਦੀ ਲੈ ਭੈਣੇ ਬਈ ਬੜਾ ਗਜਬ ਹੋ ਗਿਆ, ਅਨਰਥ ਹੀ ਹੋ ਗਿਆ। ਉਹ ਕਹਿੰਦੀ ਕੀ ਹੋ ਗਿਆ? ਜੋ ਹੁੰਦਾ ਪ੍ਰਮਾਤਮਾ ਦੇ ਭਾਣੇ 'ਚ ਹੁੰਦਾ, ਤੂੰ ਐਂ ਕਿਉਂ ਕਹਿਨੀ ਹੈ? ਕਹਿੰਦੀ ਜੀ ਮੇਰਾ ਪਤੀ ਗਿਆ ਸੀ ਪੀਪਾ ਸ਼ਿਕਾਰ ਨੂੰ, ਗਾਹਾਂ ਤਾਂ ਉੱਥੇ ਹੋਰ ਹੀ ਪਾਣਾ ਵਰਤ ਗਿਆ। ਤੇਰੇ ਪਤੀ ਨੂੰ ਸ਼ੇਰ ਨੇ ਖਾ ਲਿਆ, ਆ ਉਹਦੇ ਖੂਨ ਦੇ ਕੱਪੜੇ ਨੇ ਮੇਰੇ ਕੋਲ, ਆਹ ਤੂੰ ਲੈ ਲੈ। ਕਹਿੰਦੀ ਅੱਛਾ। ਪਤੀ ਮੈਨੂੰ ਬਿਨਾਂ ਦੱਸੇ ਹੀ ਛੱਡ ਕੇ ਚਲਿਆ ਗਿਆ ਮੈਨੂੰ। ਉਸੇ ਵੇਲੇ ਪ੍ਰਾਣ ਤਿਆਗ ਦਿੱਤੇ। ਜੋ ਮਹਾਰਾਜ ਨੇ ਕਿਹਾ ਨਾ, ਨਾਨਕ ਸਤੀਆਂ ਜਾਣੇ ਜੇ ਬਿਰਹਾ ਝੋਟ ਮਰਨ। ਰੌਲਾ ਪੈ ਗਿਆ ਰਾਜ ਦੇ ਵਿੱਚ। ਰਾਜਾ ਕਹਿਣ ਲੱਗਿਆ ਤੈਂ ਤਾਂ ਮੈਨੂੰ ਵੀ ਪੱਟ ਕੇ ਰੱਖ ਦਿੱਤਾ, ਅਨਰਥ ਹੋ ਗਿਆ ਆਪਣੇ ਤਾਂ ਘਰ ਦੇ। ਸੀਤਾ ਤੂੰ ਚੰਗਾ ਨਹੀਂ ਕੀਤਾ। ਸੀਤਾ ਸਹਿਚਰੀ ਕਹਿੰਦੀ ਜੀ ਹੁਣ ਤਾਂ ਜਿਹੜਾ ਕੁ ਹੋਣਾ ਸੀ ਹੋ ਗਿਆ, ਕੀ ਕਰ ਸਕਦੇ ਹਾਂ। ਭਗਤ ਜੀ ਨੂੰ ਬੁਲਾ ਕੇ ਲਿਆਂਦਾ ਮਹਾਰਾਜ, ਬਾਣਾ ਵਰਤ ਗਿਆ ਤੇ ਤੁਹਾਡੇ ਘਰੋਂ ਉਹ ਪ੍ਰਾਣ ਤਿਆਗ ਗਈ। ਉਹ ਕਹਿੰਦਾ ਕੋਈ ਬਾਤ ਨਹੀਂ, ਇਹ ਵੀ ਹੁਕਮ ਹੀ ਸੀ, ਕੋਈ ਫਰਕ ਨਹੀਂ ਪਿਆ ਉਹਨੂੰ। ਕਹਿੰਦਾ ਇਹ ਹੁਕਮ ਹੀ ਸੀ ਤਾਂ ਕੀ ਹੋ ਗਿਆ, ਵੀ ਹੁਣ ਤੁਸੀਂ ਸੰਸਕਾਰ ਕਰਨ ਦਾ ਇੰਤਜ਼ਾਮ ਕਰੋ। ਤੇ ਰਾਜਾ ਕਹਿਣ ਲੱਗਿਆ ਮਹਾਰਾਜ ਇਹ ਨਹੀਂ ਹੋ ਸਕਦਾ। ਕਿਉਂ? ਕਹਿਣ ਲੱਗਾ ਜੀ ਤੁਸੀਂ, ਤੁਹਾਨੂੰ ਐਡੀ ਬੜੀ ਸਮਰੱਥਾ ਦਿੱਤੀ ਹੈ ਵੀ ਤੁਸੀਂ ਇਹਨੂੰ ਜਿਉਂਦੀ ਕਰੋ। ਉਹ ਕਹਿੰਦਾ ਮੈਂ ਤਾਂ ਨਹੀਂ ਜਿਉਂਦੀ ਕਰਦਾ, ਮੈਂ ਪਰਮਾਤਮਾ ਦੇ ਭਾਣੇ ਵਿੱਚ ਮੈਂ ਥੋੜ੍ਹੀ ਦਖਲ ਦੇ ਸਕਦਾ, ਮੈਂ ਤਾਂ ਉਹਦੀ ਰਜ਼ਾ 'ਚ ਰਹਿਣ ਵਾਲਾ। ਦੋਨਾਂ ਨੇ ਮਨ ਬਣਾ ਲਿਆ। ਕਹਿਣ ਲੱਗੇ ਮਹਾਰਾਜ ਤੁਹਾਡੇ ਘਰ ਵਾਲੀ ਦੀ ਚਿਖਾ ਦੇ ਨਾਲ ਕੱਲੀ ਉਹਦੀ ਚਿਖਾ ਨਹੀਂ ਜਲੂਗੀ, ਜਦੋਂ ਚਿਖਾ ਨੂੰ ਅੱਗ ਲਾ ਦਿੱਤੀ ਅਸੀਂ ਵੀ ਰਾਜਾ ਤੇ ਰਾਣੀ ਦੋਨੇ ਪੀਪਾ। ਕਹਿਣ ਲੱਗਿਆ ਜਿਹਦੀ ਗਲਤੀ ਦੇ ਨਾਲ ਐਸਾ ਹੋਇਆ ਤੇ ਇਹ ਮੇਰੀ ਸੀਤਾ ਰਾਣੀ ਤੇ ਮੈਂ ਉਹਦੇ 'ਚ ਸੜ ਕੇ ਅਸੀਂ ਖੁਦਕਸ਼ੀ ਕਰ ਲਾਂਗੇ, ਨਹੀਂ ਜਿਉਂਦਾ ਕਰੋ ਇਹਨੂੰ। ਰਾਜੇ ਦਾ ਹੱਠ ਦੇਖਿਆ ਵੀ ਇਹ ਤਾਂ ਮਰ ਜਾਊਗਾ। ਉਹਨੇ ਕਿਹਾ ਵੀ ਹੁਣ ਇਹ ਵੀ ਬਹੁਤ ਵੱਡਾ ਪਾਪ ਹੈ, ਜੇ ਦੋ ਮਰ ਗਏ ਹੁਣ ਤਾਂ ਇੱਕ ਮਰਿਆ ਹੈ। ਪਰਮਾਤਮਾ ਵੱਲੋਂ ਹੁਕਮ ਹੋ ਗਿਆ ਭਗਤ ਜੀ ਤੁਸੀਂ ਖੇਚਲ ਨਾ ਕਰੋ, ਤੇਰੀ ਤਾਂ ਘਰ ਵਾਲੀ ਦੀ ਜੇ ਪ੍ਰਲਬਤ ਰਹਿੰਦੀ ਹੈ, ਇਹ ਤਾਂ ਖੇਡ ਹੈ ਮੇਰੀ, ਮੈਂ ਤਾਂ ਤੁਹਾਡੀ ਵਡਿਆਈ ਵਧਾਉਣੀ ਸੀ, ਮੇਰਾ ਨਾਮ ਲੈ ਕੇ ਛਿੱਟਾ ਮਾਰ ਦੇ। ਉਹਨੇ ਛਿੱਟਾ ਮਾਰਿਆ, ਉਹ ਉੱਠ ਕੇ ਪਦਮਾਵਤੀ ਬੈਠੀ ਹੋ ਗਈ। ਦੋਨਾਂ ਨੇ ਚਰਨ ਫੜੇ ਤੇ ਕਹਿਣ ਲੱਗੀ ਵੀ ਹੁਣ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਵੀ ਅਸਲੀ ਸਤੀ ਉਹ ਹੈ ਜਿਹੜੇ ਬਿਰਹ ਝੋਟ ਮਰਨ। ਉਹਨੇ ਕਿਹਾ ਗਾਹਾਂ ਨੂੰ ਕਿਸੇ ਸਤੀ ਦਾ ਇਮਤਿਹਾਨ ਨਹੀਂ ਲੈਣਾ, ਪ੍ਰੀਖਿਆ ਨਹੀਂ ਕਰਨੀ। ਪ੍ਰੀਖਿਆ ਦਾ ਕੀ ਕਰਨੀ ਹੈ? ਰਾਜਾ ਤੇ ਸਤੀ ਸਹਿਚਰੀ, ਰਾਣੀ ਉਹਦੀ ਸਭ ਤੋਂ ਛੋਟੀ, 20 ਰਾਣੀਆਂ ਸੀ, ਸਾਰਿਆਂ ਤੋਂ ਛੋਟੀ ਸੀ, ਚੜ੍ਹਦੀ ਉਮਰ ਦੀ ਸੀ। ਇਹਨਾਂ ਨੇ ਫਿਰ ਫਕੀਰੀ ਧਾਰਨ ਕੀਤੀ, ਰਾਜ ਛੱਡ ਦਿੱਤਾ। ਰਾਜ ਛੱਡ ਕੇ ਭਗਤ ਜੈਦੇਵ ਦੇ ਨਾਲ ਇਹ ਫਿਰ ਇਹਨਾਂ ਨੇ ਕਾਂਸੀ ਦੇ ਜਾ ਕੇ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ। ਤੇ ਫਿਰ ਇਹ ਜਾ ਕੇ ਕਹਿਣ ਤੋਂ ਭਾਵ ਹੈ ਵੀ ਐਸੀਆਂ ਸਤੀਆਂ ਵੀ ਹੈ, ਅਸੰਖ ਸਤੀ। ਤੇ ਜਿਹੜਾ ਵਿਛੋਣਾ ਸੁਣੇ ਦੁੱਖ ਬਿਨ ਡਿਠੇ ਮਰਿਓਦ, ਬਾਝ ਪਿਆਰੇ ਆਪਣੇ ਵਿਰਹੀਨਾਂ ਦੀ ਰੋਧ। ਤੇ 4 ਪ੍ਰਕਾਰ ਦੀਆਂ ਹੋਰ ਸਤੀਆਂ ਵੀ ਮੰਨੀਆਂ ਨੇ। ਸ੍ਰੀ ਰਾਮਚੰਦਰ ਭਗਵਾਨ ਜੀ ਜਦੋਂ ਬਾਲੀ ਮਾਰ ਦਿੱਤਾ ਸੀ, ਉਹਦੀ ਜਿਹੜੀ ਰਾਣੀ ਸੀ ਤਾਰਾਂ ਕਹਿੰਦੀ ਵੀ ਮੈਂ ਤਾਂ ਆਪਣੇ ਪਤੀ ਨਾਲ ਸੜ ਕੇ ਸੁਆਹ ਹੋ ਜਾਣਾ। ਉਸ ਵੇਲੇ ਫਿਰ ਇਹ ਪ੍ਰਸੰਗ ਅਧਿਆਤਮ ਰਮਾਇਣ ਹੈ ਇੱਕ, ਪੰਡਤ ਗੁਲਾਬ ਸਿੰਘ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਵਿਦਿਆਰਥੀ ਦਾ ਵਿਦਿਆਰਥੀ ਹੈ, ਉਹਨੇ ਅਧਿਆਤਮ ਰਮਾਇਣ ਲਿਖਿਆ ਵੀ ਰਮਾਇਣ ਦਾ ਅਸਲੀ ਸਿਧਾਂਤ ਕੀ ਹੈ। ਉਹਦੇ 'ਚ ਉਹ ਲਿਖਦੇ ਕਿ ਰਾਮ ਜੀ ਕਹਿੰਦੇ ਨੇ ਜਿਹੜੇ ਬਾਣੀ ਕਰਕੇ ਕਿਸੇ ਦੂਸਰੇ ਪੁਰਸ਼ ਨਾਲ ਜ਼ਿੰਦਗੀ ਭਰ ਕਿਤੇ ਵਿਸ਼ੇ ਦੀ ਗੱਲ ਨਾ ਕਰੇ, ਰਾਮ ਜੀ ਕਹਿੰਦੇ ਉਹ ਸਤੀ ਨੂੰ 500 ਸਾਲ ਤੱਕ ਸਵਰਗ ਦੇ ਵਿੱਚ ਪਰਮੇਸ਼ਰ ਵਾਸਾ ਦਿੰਦਾ ਪਤੀ ਦੇ ਨਾਲ। ਉਹਨੂੰ ਤਾਰਾ ਨੂੰ ਕਹਿੰਦੇ ਨੇ।
ਤੇ ਜੋ ਸਰੀਰ ਕਰਕੇ ਕੁਕਰਮ ਤੋਂ ਬਚੀਆਂ ਹੋਈਆਂ ਹੋਣ ਤੇ ਮਨ ਭਾਵੇਂ ਡੋਲਦਾ ਵੀ ਹੋਵੇ, ਉਹ 1000 ਸਕ ਪਤੀ ਦੇ ਸਮੇਤ ਸਵਰਗ ਵਿੱਚ ਵਸਦੀਆਂ ਹਨ। ਤੀਸਰੀ ਸਤੀ ਕਿਹਾ ਹੈ, ਜੋ ਮਨ ਕਰਕੇ ਵੀ ਕਾਇਮ ਰਹਿੰਦੀਆਂ ਹਨ, ਤਨ ਕਰਕੇ ਵੀ ਕਾਇਮ ਰਹਿੰਦੀਆਂ ਹਨ। ਜਤ ਸਤ ਦੇ ਵਿੱਚ ਉਹ ਇੰਦਰ ਦੀ ਉਮਰ ਤੱਕ ਸਵਰਗ ਦੇ ਵਿੱਚ ਜਾ ਕੇ ਬਸਦੀਆਂ ਹਨ। ਉਹ ਸਤ ਦੇ ਪ੍ਰਭਾਰ ਕਰਕੇ ਪਤੀ ਉਨੀ ਦੇਰ ਤੱਕ ਨਾਲ ਹੀ ਵਸਦਾ ਹੈ। ਚੌਥੀ ਸਤੀ ਕਿਹਾ ਹੈ, ਜੋ ਆਪਣੇ ਪਤੀ ਤੋਂ ਬਿਨਾਂ ਕਿਸੇ ਨੂੰ ਪੁਰਖ ਨਹੀਂ ਸਮਝਦੀਆਂ, ਇਸਤਰੀਆਂ ਸਮਝਦੀਆਂ ਹਨ, ਉਹ ਪਤੀ ਸਮੇਤ ਸਦਾ ਅਮਰ ਹੋ ਜਾਂਦੀਆਂ ਹਨ। ਇਸ ਪ੍ਰਕਾਰ ਜਿਹੜੇ ਸੰਤ ਨੇ, ਇਹਦੇ ਵਿੱਚੋਂ ਆਪਾਂ ਨੂੰ ਅੰਤਰੀ ਭਾਵ ਕੀ ਮਿਲਦਾ ਹੈ? ਬਾਹਜ ਭਾਵ ਤਾਂ ਹੋ ਗਿਆ ਇਸਤਰੀ ਜਾਤੀ ਵਾਸਤੇ, ਸਮਾਜ ਦੀ ਬੁਰਾਈ ਖਤਮ ਕਰਨ ਵਾਸਤੇ। ਅੰਤਰੀ ਭਾਵ ਦੇ ਵਿੱਚ ਜਿਹੜੇ ਸੰਤ ਨੇ ਉਹ ਵੀ ਸਤੀਆਂ ਵਰਗੇ ਨੇ। ਉਹਨਾਂ ਦੇ ਵਿੱਚ ਵੀ ਕਈ ਕਿਸਮਾਂ ਨੇ। ਵੀ ਜਿਹੜਾ ਮਹਾਤਮਾ ਇੱਕ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨੂੰ ਪਤੀ ਸਮਝਦਾ ਹੈ, ਠਾਕਰ ਏਕ ਸਮਾਈ ਨਾਲ ਦੇਵੀ ਦੇਵਤਿਆਂ ਸਤਿਕਾਰ ਸਭ ਦਾ ਕਰਦਾ ਹੈ, ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਸਮਝਦਾ, ਹੋਰ ਮੰਨਦਾ ਨਹੀਂ ਕਿਸੇ ਨੂੰ। ਤੇ ਜਿਸ ਤਰ੍ਹਾਂ ਦੂਸਰੀ ਸਤੀ ਮਾਤਾ ਪਿਤਾ ਨੇ ਜਿਹੜੀ ਜੇ ਸਰੀਰ ਦੇ ਨਾਲ ਵਿਵਾਹ ਕਰ ਦਿੱਤਾ, ਉਹਨੂੰ ਪਤੀ ਪਰਮੇਸ਼ਰ ਜਾਣਨਾ, ਸਭ ਤੋਂ ਵੱਡਿਆਂ ਨੂੰ ਪਿਤਾ ਜਾਣਨਾ, ਪਿਤਾ ਦੇ ਸਮਾਨ ਜਾਣਨਾ, ਬਰਾਬਰਦਿਆਂ ਨੂੰ ਭਰਾ ਸਮਝਣਾ, ਛੋਟਿਆਂ ਨੂੰ ਪੁੱਤਰ ਸਮਝਣਾ। ਸੰਤ ਵੀ ਇਸੇ ਤਰ੍ਹਾਂ ਕਰਦੇ, ਇੱਕ ਵਾਹਿਗੁਰੂ ਨੂੰ ਪਤੀ ਜਾਣਦੇ ਆ, ਵੱਡਿਆਂ ਨੂੰ ਪਿਤਾ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਨੇ, ਬਰਾਬਰਦਿਆਂ ਨੂੰ ਭਾਈ ਜਾਣ ਕੇ ਸੇਵਾ ਕਰਦੇ ਨੇ, ਛੋਟਿਆਂ ਨੂੰ ਪੁੱਤਰ ਜਾਣ ਕੇ ਉਪਦੇਸ਼ ਦਿੰਦੇ। ਤੇ ਤੀਸਰਾ, ਸਰੀਰ ਕਰਕੇ ਕਾਇਮ, ਮਨ ਕਰਕੇ ਭਾਵੇਂ ਡੋਲਣਾ। ਇਹੋ ਜਿਹੇ ਵੀ ਮਹਾਤਮਾ ਸਰੀਰ ਕਰਕੇ ਇੱਕ ਵਾਹਿਗੁਰੂ ਦੀ ਓਟ ਰੱਖਦੇ ਨੇ, ਮਨ ਕਰਕੇ ਭਾਵੇਂ ਡੋਲਦੇ ਨੇ, ਤੇ ਸਰੀਰ ਕਰਕੇ ਚੌਥੇ ਨੇ ਜਿਹੜੇ ਮਨ ਕਰਕੇ ਵੀ ਡੋਲਦੇ ਨੇ, ਸਰੀਰ ਕਰਕੇ ਵੀ ਡੋਲਦੇ ਨੇ, ਪਰ ਸਤਸੰਗਤ 'ਚ ਵਸਣ ਕਰਕੇ, ਸਮਾਂ ਨਾ ਮਿਲਣ ਕਰਕੇ ਬਚੇ ਰਹਿੰਦੇ ਨੇ। ਤੇ ਇਉਂ ਸੰਤ ਨੇ ਜਿਹੜੇ ਉਹ ਇਸ ਪ੍ਰਕਾਰ ਉਹ ਵੀ ਸਤ ਪ੍ਰਤਗੀ ਤੇ ਸਤੀ। ਅਸੰਖ ਸਤੀ, ਅਣਗਿਣਤ ਪ੍ਰਕਾਰ ਦੀਆਂ ਸਤੀਆਂ ਦੇ ਕਥਨ ਕਰਨ ਵਾਲੇ ਗ੍ਰੰਥ, ਅਣਗਿਣਤ ਪ੍ਰਕਾਰ ਦੇ ਸਤੀਆਂ ਦੀਆਂ ਵਿਧੀਆਂ, ਅਣਗਿਣਤ ਪ੍ਰਕਾਰ ਦੇ ਸਤ ਪ੍ਰਤਗੀ ਸਤੀ ਉਹ ਮੰਨੀਆਂ, ਅਣਗਿਣਤ ਪ੍ਰਕਾਰ ਉਹਨਾਂ ਦੇ ਸਤ ਵਰਤ ਤੇ ਉਹਨਾਂ ਦੇ ਫਲ ਹੁੰਦੇ ਨੇ। ਅਸੰਖ ਦਾਤਾਰ, ਅਣਗਿਣਤ ਪ੍ਰਕਾਰ ਦੇ ਦਾਤਾਰ ਦਾਤੇ ਨੇ, ਅਣਗਿਣਤ ਪ੍ਰਕਾਰ ਦੇ ਦਾਤਾਂ ਨੂੰ ਪ੍ਰਾਪਤ ਕਰਨ ਵਾਲੇ, ਅਣਗਿਣਤ ਪ੍ਰਕਾਰ ਦੀਆਂ ਦਾਤਾਂ ਦਾਨ ਦੇਣ ਦੀਆਂ ਵਿਧੀਆਂ, ਅਣਗਿਣਤ ਪ੍ਰਕਾਰ ਦੇ ਗ੍ਰੰਥ ਦਾਨ ਦੇਣ ਦੇ ਸੰਬੰਧੀ ਕਥਨ ਕਰਦੇ ਨੇ, ਅਣਗਿਣਤ ਪ੍ਰਕਾਰ ਦਾਨ ਦੇਣ ਦਾ ਫਲ ਲਿਖਿਆ। ਮੂਲ ਰੂਪ ਦੇ ਦਾਤਿਆਂ ਨੂੰ 4 ਪ੍ਰਕਾਰ ਦਾ ਵੰਡਿਆ ਹੈ। ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ, ਇੱਥੋਂ ਇਹਦਾ ਅਰਥ ਸ਼ੁਰੂ ਹੁੰਦਾ ਹੈ। ਸਤੀਆਂ ਮਨ ਸੰਤੋਖ ਵਜੈ ਦੇਣੇ ਕੈ ਵਿਚਾਰ, ਦੇ ਮੰਗੈ ਸੈਸਾ ਗੁਣਾ, ਸੋਭ ਕਰੇ ਸੰਸਾਰ। ਇਹਦਾ ਅਰਥ ਇੱਥੋਂ ਸ਼ੁਰੂ ਹੈ, ਦੇ ਮੰਗੈ ਸੈਸਾ ਗੁਣਾ। ਇੱਕ ਦਾਤੇ ਉਹ ਨਾ ਜਿਹੜਾ ਦੇ ਕੇ ਹਜ਼ਾਰਾਂ ਗੁਣਾ ਫਲ ਮੰਗਦੇ ਨੇ, ਢੇਲੀ ਦੇ ਕੇ ਹਵੇਲੀ, ਗੰਢਾ ਦੇ ਕੇ ਸੰਡਾ। ਇਹ ਮਹਾਂਪੁਰਖ ਕਥਾ 'ਚ ਕਹਿੰਦੇ ਸੇਵਾ ਥੋੜ੍ਹੀ ਮੰਗਣ ਬਹੁਤ। ਇਹਦੇ ਉੱਪਰ ਉਹ ਪ੍ਰਸਿੱਧ ਮਾਈ ਦੀ ਕਹਿੰਦੇ ਐਰਣ ਦੀ ਵੀ ਲੋਹਾਰ ਦੀ ਚੋਰੀ ਕਰ ਲਈ ਸੀ ਤੇ ਸੂਈ ਦਾਨ ਕੀਤੀ। ਸੂਈ ਦਾਨ ਕਰਕੇ ਕਹਿੰਦੇ ਕੋਠੇ ਚੜ੍ਹ ਕੇ ਨਾ ਦੇਖੀ ਜਾਵੇ ਵੀ ਬਿਮਾਨ ਕਦੋਂ ਆ। ਉਹ ਸੁਣਿਆ ਜਿਹੜਾ ਦਾਨ ਕਰਦਾ ਹੈ ਉਹਨੂੰ ਬਿਮਾਨ ਲੈਣ ਆਉਂਦੇ ਨੇ। ਉਹ ਗਮੰਡੀ ਕਹਿੰਦਾ ਕਮਲੀਏ ਉਤਰਿਆ ਹੇਠਾਂ, ਤੇਰੇ ਵਰਗੀ ਵਾਸਤੇ ਨਹੀਂ ਆਉਂਦੇ ਬਿਮਾਨ। ਐਰਣ ਦੀ ਚੋਰੀ ਕਰੀ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿੱਧਰੋਂ ਆਉਣ ਬਿਮਾਨ। ਐ ਨਹੀਂ ਆਉਂਦੇ ਹੁੰਦੇ ਇਹ। ਤੇ ਇਸ ਤਰ੍ਹਾਂ ਇੱਕ ਥੋੜ੍ਹਾ ਦਾਨ ਕਰਕੇ ਜ਼ਿਆਦਾ ਇੱਛਾ ਰੱਖਣੀ। ਇੱਕ ਹੈ ਸੋਭ ਕਰੇ ਸੰਸਾਰ, ਵਡਿਆਈ ਵਾਸਤੇ ਦਾਨ ਦੇਣਾ, ਮੇਰਾ ਲੋਕ ਜਸ ਕਰਨ। ਇੱਕ ਦੇਣੇ ਕੈ ਵਿਚਾਰ, ਦਾਨ ਦੇਣ ਦੀ ਵਿਚਾਰ ਕਰਨ ਦੇ ਲੱਗੇ ਨੇ। ਜੇ ਕੋਈ ਕਹੇ ਭਾਈ ਤੂੰ ਵੀ ਹਿੱਸਾ ਪਾ ਲੈ, ਹਾਂ ਜੀ ਮੈਂ ਸੋਚੂੰਗਾ। ਤੇ ਇਸ ਪ੍ਰਕਾਰ ਦਾ ਦਾਨ ਦੇਣ ਦੀ ਵਿਚਾਰ ਕਰਦੇ। ਜਾਂ ਦਾਨ ਦੇ ਦੇਣ ਫਿਰ ਵਿਚਾਰ ਕਰਦੇ ਨੇ ਮੈਂ ਇੰਨਾ ਕਿਉਂ ਦੇ ਦਿੱਤਾ। ਤੇ ਇਸ ਤਰ੍ਹਾਂ ਦੇ ਵੀ ਦਾਤੇ ਨੇ। ਸਤੀਆਂ ਮਨ ਸੰਤੋਖ ਵਜੈ, ਤੇ ਇਹ ਜਿਹੜੇ ਨੇ ਵੀ ਇਸ ਤਰ੍ਹਾਂ ਦਾ ਸੰਤੋਖ ਧਾਰਨ ਕਰਕੇ ਦਾਨ ਕਰ ਦਿੱਤਾ। ਤੇ ਜਾਣ ਕਰਕੇ ਕੀ ਕਹਿੰਦੇ ਨੇ ਵੀ ਸਭ ਕੁਛ ਤਾਂ ਵਾਹਿਗੁਰੂ ਦਾ ਹੈ। ਜੇ ਕੋਈ ਕਹੇ ਤੂੰ ਬੜਾ ਦਾਨ ਕੀਤਾ ਹੈ, ਉਹ ਕਹਿੰਦਾ ਨਾ ਜੀ ਮੈਂ ਤਾਂ ਵਾਹਿਗੁਰੂ ਦੇ ਦਿੱਤੇ ਹੋਏ 'ਚ ਵੀ ਮੋੜਿਆ। ਮੈਂ ਕੌਣ ਹੈ ਦਾਨ ਕਰਨਾ, ਮੇਰੇ ਕੋਲ ਤਾਂ ਆਪ ਪ੍ਰਭੂ ਦਾ। ਮੈਂ ਤਾਂ ਮੰਗਦਾ, ਜਗਤ ਭਿਖਾਰੀ ਫਿਰਤ ਹੈ, ਸਭ ਕੁ ਦਾਤਾ ਨਾ। ਤੇ ਇਸ ਪ੍ਰਕਾਰ ਇਹ ਸਭ ਤੋਂ ਉੱਤਮ ਦਰਜੇ ਦੇ ਪਹਿਲੇ ਦਰਜੇ ਜਿਹੜੇ ਦਾਤੇ ਨੇ, ਉਹ ਬਹੁਤਾ ਮੰਗਣਾ ਪਰਮਾਤਮਾ ਵੱਲੋਂ ਪਦਾਰਥਾਂ ਦਾ ਵਾਧਾ ਤਾਂ ਕਰ ਦੇਊਗਾ ਪਰਮਾਤਮਾ, ਉਹਦਾ ਫਲ ਨਹੀਂ ਹੁੰਦਾ। ਜਿਹੜੇ ਦੂਜੇ ਦਾਤੇ ਨੇ ਵਡਿਆਈ ਦੀ ਭੁੱਖ ਰੱਖਣ ਵਾਲੇ, ਉਹਨੂੰ ਫਲ ਇਹੀ ਮਿਲਦਾ ਵੀ ਵਡਿਆਈ ਮਿਲ ਜਾਂਦੀ ਹੈ, ਲੋਕ ਉਸਤਤ ਕਰ ਦਿੰਦੇ ਨੇ।
ਅੱਗੇ ਵਾਸਤੇ ਕੋਈ ਫਲ ਨਹੀਂ। ਤੀਸਰੇ ਦਰਜੇ ਦੇ ਦਾਤੇ ਨੇ ਜਿਹੜੇ, ਉਹ ਵਿਚਾਰਾਂ ਕਰਦੇ ਰਹਿੰਦੇ ਨੇ, ਕਲਪਨਾ ਕਰਦੇ ਨੇ ਦਾਨ ਦੇ ਕੇ ਮੈਂ ਕਿਉਂ ਕਰਨਾ ਸੀ ਇਹਨਾਂ ਨੂੰ ਹੀ ਕਲਪਨਾ ਦਾਨ ਦਾ ਫਲ ਨਸ਼ਟ ਕਰ ਦਿੰਦੀ ਹੈ। ਉਹਨਾਂ ਦੇ ਦਾਨ ਦਾ ਇੰਨੇ ਫਲ ਹੈ ਕਿ ਉਹ ਕਦੇ ਕੋਈ ਇਸ ਪ੍ਰਕਾਰ ਦਾ ਜਿਹੜਾ ਇਹ ਚੌਥੇ ਜਿਹੜੇ ਦਾਤੇ ਨੇ ਅਸਲ ਦੇ ਵਿੱਚ ਉਹ ਨੇ। ਤੀਜੇ ਦਾਤੇ ਨੇ ਜਿਹੜੇ, ਉਹਦਾ ਵੀ ਫਲ ਨਸ਼ਟ ਹੋ ਗਿਆ। ਪਹਿਲੇ ਦੂਜੇ ਤੀਜਿਆਂ ਦਾ ਥੋੜ੍ਹਾ ਬਹੁਤ ਹੈ। ਅਤੇ ਜਿਹੜੇ ਸਤਪ੍ਰਤਕੀ ਨੇ ਉਹਨਾਂ ਦੇ ਇੱਕ ਤਾਂ ਪਦਾਰਥ ਦਾ ਘਾਟਾ ਨਹੀਂ ਕਦੇ ਵੀ ਆਉਂਦਾ, ਦਾਨ ਦਾ ਫਲ ਹੈ। ਅਤੇ ਅੱਗੇ ਪਰਲੋਕ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਸਾਰੇ ਫਲ ਮਿਲਦੇ ਨੇ, ਅਗਲੇ ਜਨਮ 'ਚ ਮਿਲਦੇ ਨੇ। ਨਿਰਛਿਤ ਹੋ ਕੇ ਦਾਨ ਕਰਦੇ ਨੇ, ਇਸ ਲਈ ਉਹਨਾਂ ਦੇ ਦਾਨ ਕਰਨ ਦੇ ਨਾਲ ਮਨ ਇਕਾਗਰ ਹੁੰਦਾ, ਸਿਮਰਨ ਜੁੜਦੇ ਨੇ, ਵਰਨ ਨਹੀਂ ਕੀਤੇ ਜਾ ਸਕਦੇ। ਜਨ ਨਾਨਕ ਹਰ ਪੁਨ ਵਿਦਿਆ, ਫਿਰ ਤੋਟ ਨਾ ਆਵੇ ਹਰ ਪੁਨ ਕੇਰੀ। ਪੁਨ ਪ੍ਰਤਾਪਨ ਵਾੜ ਜਾ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਇਹ ਦਾਤਿਆਂ ਵਿੱਚੋਂ ਪਰਮੇਸ਼ਰ ਹੀ ਸਾਰਿਆਂ ਤੋਂ ਵੱਡਾ ਦਾਤਾ ਹੈ। ਉਹ ਕਿਸੇ ਕੋਲੋਂ ਮੰਗਦਾ ਨਹੀਂ ਕੁਛ ਬਦਲੇ 'ਚ, ਸਾਰਿਆਂ ਨੂੰ ਦਿੱਤਾ। ਅਕਰਤ ਕਣਾਂ ਨੂੰ ਪਾਲਦਾ, ਪ੍ਰਭ ਨਾਨਕ ਸਦ ਬਖਸ਼ਿੰਦ। ਅਤੇ ਹੁਣ ਮਹਾਰਾਜ ਸ਼ਾਂਤਕੀ ਸ੍ਰਿਸ਼ਟੀ ਦਾ ਵਰਣਨ ਕਰਕੇ ਹੁਣ ਰਾਜਸੀ ਸ੍ਰਿਸ਼ਟੀ ਕਥਨ ਕਰਨ ਲੱਗੇ ਹਨ। ਸਖ ਸੂਰ ਮੋਹ ਪਾਕਸਾਰ। ਇਹ ਧਿਆਨ ਰੱਖਣਾ ਭਾਈ, ਸਿਹਾਰੀ ਨਾ ਬੋਲੇ। ਅਸੰਖ ਸੂਰ ਮੋਹ ਪਾਕਸਾਰ, ਇਹਨੂੰ ਮੋਹ ਕਹਿਣਾ, ਮੋਹੇ ਨਹੀਂ ਕਹਿਣਾ, ਧਿਆਨ ਰੱਖਣਾ। ਅਸੰਖ ਅਣਗਿਣਤ ਹੀ ਸੂਰ ਸੂਰਮੈਨ, ਜਿਹੜੇ ਢਾਲਾਂ ਲੋਹੇ ਦੇ ਬਖਤਰ ਸੰਜੋਏ ਆਦਿ ਪਹਿਨ ਕੇ ਅਤੇ ਦੁਸ਼ਮਣਾਂ ਦੇ ਸਾਰ ਲੋਹੇ ਦੇ ਸ਼ਸਤਰ, ਅਰਥ ਭਾਵੇਂ ਮੂੰਹ ਦਾ, ਮੂੰਹ ਦੇ ਉੱਤੇ ਭੱਖ ਖਾਂਦੇ ਨੇ, ਸਹਾਰਦੇ ਨੇ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨ ਛਾੜੈ ਖੇਤ। ਵੀਰ ਅਪਾਰ ਵੱਡੇ ਬਰਿਆਰ, ਵਿਚਾਰੇ ਧਾਰ ਕੀ ਧਾਰ ਪਛਈਆ। ਇਹ ਬਿਆਨ ਅਸੰਖ ਅਣਗਿਣਤ ਹੀ ਸੰਤ ਰੂਪ ਸੂਰ ਸੂਰਮੇਨ, ਜੋ ਸਾਰ ਲੋਹੇ ਵਰਗੇ ਕਠਨ ਕਾਮ ਕ੍ਰੋਧ ਲੋਭ ਮੋਹ ਵਿਕਾਰਾਂ ਨੂੰ ਭਖ ਭਖਸ਼ਣ ਕਰ ਜਾਂਦੇ ਨੇ, ਇਹਨਾਂ ਵਿਕਾਰਾਂ ਨੂੰ ਮਾਰ ਲੈਂਦੇ ਨੇ। ਇਹ ਵੀ ਸੂਰਮੇ ਸੰਤ ਵੀ। ਅਸੰਖ ਅਣਗਿਣਤ ਹੀ ਸੰਤ ਭਗਤ ਰੂਪੀ ਸੂਰਮੇ, ਸੂਰਬੀਰ ਐਸੇ ਨੇ ਜਿਹੜੇ ਮੂੰਹ ਮੁਖ ਦੁਆਰਾ ਸਾਰ ਆਤਮਾ ਤਤ ਵਸਤੂ ਦਾ ਭਖ ਉਚਾਰਨ ਕਰਦੇ ਨੇ। ਅਤੇ ਇੱਥੇ ਇਹ ਤੁਕਦੇ ਸ਼ਾਂਤਕੀ ਸ੍ਰਿਸ਼ਟੀ ਦਾ ਵੀ ਝਲਕ ਦੇ ਦਿੱਤੀ ਮਹਾਰਾਜ ਨੇ, ਅਤੇ ਰਜੋਗੁਣ ਸ੍ਰਿਸ਼ਟੀ ਦੀ ਤਾਂ ਗੱਲ ਕਰ ਹੀ ਰਿਹਾ। ਅਸੰਖ ਅਣਗਿਣਤ ਮਹਾਤਮਾ ਜਿਹੜੇ ਨੇ ਸੰਤ ਰੂਪੀ ਸੂਰ ਸੂਰਮੇ ਨੇ, ਜੋ ਸਾੜਨ ਵਾਲੇ ਮੋਹ ਨੂੰ ਭਖਸ਼ਣ ਕਰ ਜਾਂਦੇ ਨੇ। ਭਾਵ ਕੀ ਹੈ ਕਿ ਮੋਹ ਨੂੰ ਸਾੜ ਦਿੰਦੇ ਨੇ, ਮਾਰ ਦਿੰਦੇ ਨੇ। ਅਸੰਖ ਅਣਗਿਣਤ ਐਸੇ ਸੂਰਮੇ ਨੇ ਜਿਨ੍ਹਾਂ ਨੇ ਅੰਦਰੋਂ ਸੂਰਜ ਵਾਂਗੂ ਬ੍ਰਹਮ ਗਿਆਨ ਚਮਕਦਾ ਹੈ, ਜੋ ਵੇਦਾਂ ਸ਼ਾਸਤਰਾਂ ਦਾ ਸਾਰ ਨਿਚੋੜ ਹੈ। ਉਹ ਅੰਤਸ਼ਕਰਨ ਰੂਪ ਮੂੰਹ ਦੇ ਵਿੱਚ ਅਗਿਆਨ ਨੂੰ ਭਖਸ਼ਣ ਕਰ ਲਿਆ, ਭਾਵ ਖਾ ਲਿਆ। ਉਹਦੇ ਵਿੱਚ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ। ਇੱਕ ਨਿਰਮੋਹੀ ਰਾਜਾ ਹੋਇਆ ਹੈ, ਅਤੇ ਅਸਲ ਦੇ ਵਿੱਚ ਇਹਦੇ ਪ੍ਰਸੰਗ ਬਹੁਤ ਲੰਮੇ ਨੇ, ਆਪਾਂ ਉਹਨੇ ਕਰ ਨਹੀਂ ਸਕਦੇ ਇੱਥੇ। ਇਹ ਮਦਾਲਤਾ ਦਾ ਪੁੱਤਰ ਹੋਇਆ ਹੈ। ਮਦਾਲਤਾ ਨੇ ਸੰਕਲਪ ਕਰਿਆ ਹੋਇਆ ਸੀ ਵੀ ਜੇ ਪਹਿਲਾਂ ਵਿਆਹ ਨਹੀਂ ਸੀ ਕਰਾਉਂਦੀ, ਪਿਤਾ ਦੇ ਕਹਿਣ ਤੋਂ ਮਜਬੂਰ ਕਰਤਾ ਵੀ ਇਹ ਪ੍ਰਥਾ ਹੀ ਹੈ। ਜਿਹੜੇ ਰਾਜੇ ਨਾਲ ਵਿਆਹ ਕਰਾਇਆ ਉਹਨੂੰ ਕਿਹਾ ਵੀ ਮੈਂ ਪਿਤਾ ਦਾ ਵਚਨ ਮੰਨ ਕੇ ਸ਼ਾਦੀ ਕਰਾਈ ਹੈ, ਤੈਨੂੰ ਰਾਣੀਆਂ ਦਾ ਘਾਟਾ ਨਹੀਂ, ਤੂੰ ਹੋਰ ਵਿਆਹ ਕਰਾ ਲੈ, ਪਰ ਮੈਂ ਆਪਣੇ ਸਰੀਰ ਨੂੰ ਜੋਗੀਆਂ ਦੀ ਤਰ੍ਹਾਂ ਪਵਿੱਤਰ ਰੱਖੂੰ, ਤੇਰੀ ਦਾਸੀ ਬਣ ਕੇ ਸੇਵਾ ਕਰੂੰ। ਉਹ ਕਹਿੰਦਾ ਮੈਂ ਹੋਰ ਵਿਆਹ ਨਹੀਂ ਕਰਾਉਣਾ। ਇੱਛਾ ਹੋਈ ਵੀ ਰਾਜ ਪੁੱਤਰ ਚਾਹੀਦਾ ਹੈ। ਕਹਿੰਦੀ ਫਿਰ ਇੱਕ ਸ਼ਰਤ ਹੈ, ਜੇ ਔਲਾਦ ਪੈਦਾ ਕਰਨੀ ਹੈ, ਬੱਚੇ ਨੂੰ ਦਾਈ ਹੱਥ ਨਹੀਂ ਲਾਊਗੀ, ਮੈਂ ਬ੍ਰਹਮ ਗਿਆਨੀ ਪੁੱਤ ਪੈਦਾ ਕਰੂੰਗੀ। ਮਦਾਲਤਾਂ ਨੇ ਰੋੜੀਆਂ ਦੇ ਕੇ ਬ੍ਰਹਮ ਗਿਆਨੀ ਪੁੱਤ ਪੈਦਾ, 1 2 3 4 5 6 ਪੁੱਤ ਪੈਦਾ ਕੀਤੇ, ਅਤੇ 6 ਦੇ 6 ਜੰਗਲ ਨੂੰ ਤੋੜ ਦਿੱਤੇ। ਉਹ ਵੱਡਾ ਹੋਇਆ ਕਰੇ, ਅੱਛਾ ਮਾਤਾ ਤੇਰਾ ਧੰਨਵਾਦ, ਗਰਭ 'ਚ ਬ੍ਰਹਮ ਗਿਆਨੀ, ਇਹ ਗ੍ਰੰਥਾਂ 'ਚ ਲਿਖਿਆ। ਫਿਰ 7ਵਾਂ ਜਦੋਂ ਗਰਭ ਠਹਿਰਿਆ, ਰਾਣੀ ਦੇ ਅੱਗੇ ਰਾਜਾ ਕਹਿਣ ਲੱਗਾ, ਰਾਣੀ ਪਤੀ ਦੇ ਕੁਛ ਅਧਿਕਾਰ ਹੁੰਦੇ ਨੇ, ਵੀ ਪੈਸੇ ਤਾਂ ਮੈਂ ਤੇਰੀ ਗੱਲ 'ਚ ਦਖਲ ਬਚਨ ਦਿੱਤਾ ਸੀ, ਪਰ ਇੱਕ ਪੁੱਤਰ ਮੈਨੂੰ ਨਾ ਰਾਜ ਦਾ ਵਾਰਿਸ ਦੇ ਦੇ। ਬ੍ਰਹਮ ਗਿਆਨੀ ਤਾਂ ਸੰਸਾਰ ਨੂੰ ਦੇਤੇ ਤਾਂ 6। ਕਹਿੰਦੀ ਚੰਗਾ ਰਾਜਨ, ਤੂੰ ਕਦ ਕਦ ਕਹੇਗਾ, ਇਹ ਬ੍ਰਹਮ ਗਿਆਨੀ ਵੀ ਹੋਊਗਾ, ਪਰ ਇਹ ਰਾਜਾ ਜੋਗੀ ਹੋਊਗਾ। ਉਹ ਫਿਰ ਨਿਰਮੋਹੀ ਰਾਜਾ ਹੋਇਆ। ਇਹਦੇ 6 ਹੀ ਭਰਾ ਜਿਹੜੇ ਤਪੱਸਿਆ ਕਰਦੇ ਸੀ, ਉਮਰੋਂ ਵੱਡੇ ਸੀ ਇਹਦੇ ਨਾਲੋਂ। ਉਹਨਾਂ ਦੇ ਵਿੱਚੋਂ ਇੱਕ ਤਪੱਸਿਆ ਕਰਦਾ ਹੈ, ਅਤੇ ਜੰਗਲ ਦੇ ਵਿੱਚ
ਉਹਦੇ ਮਨ ਦੇ ਵਿੱਚ ਆਇਆ ਵੀ ਜਿਹੜਾ ਸਾਡਾ ਭਰਾ ਹੈ ਵੀ ਉਹ ਕਿਵੇਂ ਰਾਜ ਦੇ ਵਿੱਚ ਵੀ ਇਹਦਾ ਭਲਾ ਕਿਵੇਂ ਹੋਵੇ। ਇਹ ਤਾਂ ਗ੍ਰਸਤੀ 'ਚ ਫਸ ਗਿਆ, ਉਸੇ ਮਾਂ ਦੇ ਜਾਏ ਆ ਅਸੀਂ ਸੱਤੇ ਭਰਾ, ਰਾਜੇ ਨੂੰ ਪਤਾ ਵੀ ਨਹੀਂ ਮੇਰੇ ਅਫੀਸਰ ਕਿੱਥੇ ਕਿੱਥੇ ਬੈਠੇ ਨੇ। ਤੇ ਅਚਾਨਕ ਇੱਕ ਦਿਨ ਐਸਾ ਹੋਇਆ, ਰਾਜ ਦਾ ਪੁੱਤਰ ਸੀ ਜਿਹੜਾ ਸ਼ਿਕਾਰ ਖੇਡਣ ਵਾਸਤੇ ਗਿਆ। ਹੁਣ ਲੱਗਦਾ ਤਾਂ ਤਾਇਆ ਸੀ ਉਹਦਾ ਸਗਾ, ਪਰ ਉਹਨੂੰ ਨਹੀਂ ਸੀ ਪਤਾ। ਉਹਨੇ ਮੱਥਾ ਟੇਕਿਆ ਰਿਖੀ ਜਾਣ ਕੇ, ਕਹਿੰਦਾ ਰਾਜਕੁਮਾਰ ਕਿਹਦਾ ਪੁੱਤਰ ਹੈ? ਕਹਿੰਦਾ ਜੀ ਨਿਰਮੋਹੀ ਰਾਜੇ ਦਾ। ਉਹ ਮਹਾਤਮਾ ਕਹਿੰਦੇ ਨਿਰਮੋਹੀ ਨਾਂ ਰਖਾਉਣਾ ਹੀ ਸੌਖਾ ਹੈ, ਪਰ ਨਿਰਮੋਹ ਹੋਣਾ ਹੈ ਬਹੁਤ ਔਖਾ ਬਈ। ਚਲੋ ਨਾਂ ਚੰਗਾ ਹੈ, ਤੇਰੇ ਪਿਤਾ ਦਾ ਨਾਂ ਚੰਗਾ, ਪਰ ਮੋਹ ਤੋਂ ਰਹਿਤ ਨਹੀਂ ਹੋ ਸਕਦਾ। ਉਹ ਕਹਿੰਦਾ ਰਿਸ਼ੀਵਰ ਮੇਰੇ ਪਿਤਾ ਨੂੰ ਇਹ ਗੱਲ ਨਾ ਕਿਹੋ, ਮੈਂ ਨਹੀਂ ਸਹਿਣ ਕਰ ਸਕਦਾ। ਪਿਤਾ ਦੀ ਤਰ੍ਹਾਂ ਤੁਹਾਡਾ ਸਤਿਕਾਰ ਕਰਦਾ, ਪਰ ਮੇਰਾ ਪਿਤਾ ਨਿਰਮੋਹੀ ਹੈ, ਨਾਂ ਹੀ ਨਹੀਂ ਹੈ, ਹੈ ਹੀ ਮੋਹ ਤੋਂ ਰਹਿਤ। ਉਹਨੇ ਤਾਂ ਪਰਿਵਾਰ ਵੀ ਮੋਹ ਤੋਂ ਰਹਿਤ ਕਰ ਦਿੱਤਾ, ਤੁਸੀਂ ਉਹਦੀ ਕੀ ਗੱਲ ਕਰਦੇ ਹੋ? ਕਹਿੰਦਾ ਨੌਜਵਾਨ ਫਿਰ ਮੈਂ ਤੇਰੇ ਰਾਜੇ ਦੀ ਪਰਖਣਾ ਕਰ ਲਾਂ। ਕਹਿੰਦੇ ਕਰ ਲੈ। ਕਹਿੰਦਾ ਚੰਗਾ ਕੱਪੜੇ ਲਾ ਕੇ ਦੇ ਮੈਨੂੰ। ਕੱਪੜੇ ਲਾ ਕੇ ਦਿੱਤੇ, ਜਿਹੜਾ ਸ਼ਿਕਾਰ ਕੀਤਾ ਕਹਿੰਦੇ ਤੇ ਖੂਨ 'ਚ ਰੰਗ ਦਿੱਤਾ। ਲੈ ਕੇ ਪੋਸ਼ਾਕ ਪਹੁੰਚ ਗਏ ਰਾਜ ਦੁਆਰ। ਉੱਥੇ ਗ੍ਰੰਥਾਂ 'ਚ ਲਿਖਿਆ ਹੈ, ਕਹਿੰਦੇ ਸਭ ਤੋਂ ਪਹਿਲਾਂ ਦਾਸੀ ਮਿਲਦੀ ਹੈ। ਕਹਿੰਦਾ ਤੂੰ ਸੁਣ ਚੇਰੀ ਸ਼ਿਆਮ ਕੀ ਬਾਤ ਬਤਾਉਂ ਤੋਹੇ, ਕਮਰ ਬਨਾਸਿਓ ਸਿੰਘ ਨੇ ਆਸਣ ਭਰਿਓ ਮੋਹੇ। ਰਾਜੇ ਦੇ ਪੁੱਤਰ ਦਾ ਸ਼ਿਕਾਰ ਕਰ ਦਿੱਤਾ ਸ਼ੇਰ ਨੇ। ਆਹ ਕੱਪੜੇ ਖੂਨ ਦੇ ਰੰਗੇ ਨਿਸ਼ਾਨੀ ਲੈ ਕੇ ਆ, ਪਰ ਸ਼ੇਰ ਖਾ ਗਿਆ ਉਹਨੂੰ। ਲਾਸ਼ ਅਧਰ ਗੜ ਪਚੀ ਪਈ ਹੈ। ਮੈਂ ਬੜਾ ਉਦਾਸ ਹਾਂ। ਦਾਸੀ ਕਹਿੰਦੀ ਮੈਂ ਨਿਰਮੋਹੀ ਰਾਜੇ ਦੀ ਦਾਸੀ ਹਾਂ ਰਿਖੀ, ਤੂੰ ਜਾਣਦਾ ਨਹੀਂ ਹੈ। ਤੇ ਅੱਗੋਂ ਬੋਲੀ, ਕਹਿੰਦੀ ਨਾ ਮੈਂ ਚੇਰੀ ਸ਼ਿਆਮ ਕੀ ਨਾ ਕੋ ਮੇਰਾ ਰਾਮ, ਪ੍ਰਾਲਬਧ ਬਸ ਮੇਲ ਪੇ ਸੁਨੋ ਰਿਸ਼ੀ ਅਬਰਾਮ। ਇਹ ਤਾਂ ਪ੍ਰਾਲਬਧ ਨੇ ਮੈਨੂੰ ਦਾਸੀ ਬਣਾਤਾ, ਇਹ ਰਾਜੇ ਬਣ ਗਏ, ਤੂੰ ਕਾਹਨੂੰ ਮੈਂ ਤਪ ਛੱਡ ਕੇ ਆਇਆ? ਕਹਿੰਦਾ ਓਹੋ ਵਫਾਦਾਰ ਨਹੀਂ ਹੈ। ਫਿਰ ਵੀ ਨੌਕਰਾਣੀਓ ਨਿਕਲ ਗਈ। ਐਡਾ ਬੜਾ ਅਨਰਥ ਹੋ ਗਿਆ, ਰਾਜਕੁਮਾਰ ਮਾਰਿਆ ਗਿਆ। ਉਹਨੇ ਕਿਹਾ ਵੀ ਨਹੀਂ, ਮੈਨੂੰ ਰਾਜਕੁਮਾਰ ਦੀ ਪਤਨੀ ਨੂੰ ਮਿਲਾ। ਉਹ ਉਹਦੇ ਕੋਲ ਲੈ ਗਈ। ਜਾ ਕੇ ਰਿਸ਼ੀ ਕਹਿੰਦਾ ਤੂੰ ਸੁਣ ਚਾਤਰ ਸੁੰਦਰੀ ਅਬਲਾ ਜੋਬਨਬਾਨ, ਦੇਵੀ ਬਾਹਨ ਦਲ ਮਲਿਓ ਤੁਮਰੋ ਸ੍ਰੀ ਭਗਵਾਨ। ਤੇਰਾ ਪਤੀ ਖਾ ਲਿਆ ਸ਼ੇਰ ਨੇ। ਇਹ ਸੁਣ ਕੇ ਰਾਜਕੁਮਾਰ ਦੀ ਪਤਨੀ ਨੇ ਉੱਤਰ ਦਿੱਤਾ, ਤਪਿਆ ਪੂਰਵ ਜਨਮ ਕੀ ਕਿਆ ਜਾਣਤ ਹੈ ਲੋਗ। ਤੂੰ ਵੀ ਉਹਨਾਂ ਲੋਕਾਂ 'ਚ ਹੋ ਗਿਆ, ਤੈਂ ਨਹੀਂ ਜਾਣੀ ਇਹ ਗੱਲ। ਮਿਲੇ ਕਰਮ ਬਸ ਆਨ ਹਮ ਅਬ ਵਿਦ ਕੀਨ ਵਿਜੋਗ। ਹੁਣ ਪਤੀ ਦਾ ਵਿਛੋੜਾ ਹੋ ਗਿਆ, ਕਦੇ ਮੇਲ ਹੋਇਆ ਤਾਂ ਸੰਸਾਰ ਦਾ ਕਰਤੱਵ ਹੈ। ਇਹ ਸੁਣ ਕੇ ਰਿਸ਼ੀ ਤਾਂ ਹੈਰਾਨ ਹੋ ਗਿਆ। ਕਹਿੰਦਾ ਇੱਥੇ ਸਾਰੀ ਬ੍ਰਹਮ ਗਿਆਨੀ ਨੂੰ। ਕਹਿੰਦਾ ਵੀ ਚਲੋ ਮਾਂ ਦੀ ਮਮਤਾ ਬੁਰੀ ਹੁੰਦੀ ਹੈ। ਕਹਿੰਦਾ ਮੈਨੂੰ ਮਹਾਰਾਣੀ ਨੂੰ ਮਿਲਾਓ। ਉਹਦੇ ਕੋਲ ਚਲਿਆ ਗਿਆ। ਜਾ ਕੇ ਕਹਿੰਦਾ ਵੀ ਪੁੱਤਰ ਦਾ ਵਿਛੋੜਾ ਬੜਾ ਬੁਰਾ ਹੁੰਦਾ ਹੈ। ਜਾ ਕੇ ਭੂਮਿਕਾ ਜੀ ਬੰਨੀ, ਕਹਿਣ ਲੱਗਿਆ ਮਾਤਾ ਤੁਹਾਡਾ ਪੁੱਤਰ ਸ਼ੇਰ ਨੇ ਖਾ ਲਿਆ, ਅਤੇ ਉਹ ਮੇਰੇ ਕੋਲ ਉਹਦੀ ਲਿਬੜੇ ਹੋਇਆ ਕੱਪੜੇ ਮੈਂ ਲੈ ਕੇ ਆ ਗਿਆ, ਅਤੇ ਸ਼ੇਰ ਨੇ ਖਾ ਲਿਆ ਸੜ ਵੀ। ਮੈਂ ਤਾਂ ਬਹੁਤ ਤੰਗ ਹੋਇਆ। ਅਤੇ ਅੱਗੋਂ ਫਿਰ ਰਾਣੀ ਬੋਲਦੀ ਹੈ। ਇਹਨੇ ਪਹਿਲਾਂ ਰਿਸ਼ੀ ਨੇ ਜਿਹੜਾ ਕਿਹਾ ਉਹ ਕਾਵ ਰਚਨਾ ਦੇ ਵਿੱਚ ਕਹਿੰਦੇ, ਰਾਣੀ ਤੁਮ ਕੋ ਬਿਪਤ ਅਤ ਸੁਤ ਖਾਇਓ ਮਿਰਗਰਾਜ, ਹਮਨੇ ਭੋਜਨ ਨਾ ਕੀਓ ਤਿਸ ਮਿਰਤ ਕੇ ਕਾਜ। ਮੈਂ ਭੋਜਨ ਨਹੀਂ ਛਕਿਆ, ਮੈਨੂੰ ਇਹ ਹਾਦਸਾ ਦੇਖ ਕੇ ਬੜੀ ਚੋਟ ਲੱਗੀ ਹੈ। ਤਾਂ ਹੁਣ ਮਾਂ ਨੇ ਰਿਸ਼ੀ ਦੇ ਪੁੱਤਰ ਦੀ ਮੌਤ, ਅਤੇ ਇਹ ਮਾਂ ਨੇ ਰਿਸ਼ੀ ਦੇ ਮੁਖ ਤੋਂ ਪੁੱਤਰ ਦੀ ਮੌਤ ਸੁਣੀ ਹੈ। ਫਿਰ ਉੱਤਰ ਕੀ ਦਿੱਤਾ, ਏਕ ਬਿਰਖ ਡਾਲੇ ਘਨੇ ਪੰਖੀ ਬੈਠੇ ਆਏ, ਪੌ ਫੁੱਟੀ ਪੀਰੀ ਪਈ ਉੱਡ ਉੱਡ ਚੌ ਦਿਸ ਜਾਏ। ਬਿਰਖੇ ਹੇਠ ਸਭ ਜੰਤ ਇਕੱਠੇ, ਗੁਰਬਾਣੀ 'ਚ ਲਿਖਿਆ ਨਾ, ਇੱਕ ਤੱਤੇ ਇੱਕ ਬੋਲੇ ਮਿੱਠੇ, ਅੱਜ ਤੋਂ ਦੁੱਧ ਪਿਆ ਉੱਠ ਚੱਲੇ ਜਿਉਂ ਜਿਉਂ ਔਧ ਬਿਹਾਣੀ। ਇਸ ਕਰਕੇ ਫਿਰ ਮਾਤਾ ਦਾ ਉੱਤਰ ਸੁਣ ਕੇ ਰਿਸ਼ੀ ਹੈਰਾਨ ਹੋ ਗਿਆ। ਕਹਿੰਦਾ ਵੀ ਹੁਣ ਰਾਜੇ ਕੋਲ ਚੱਲਦੇ ਹਾਂ, ਵੀ ਹੁਣ ਲੱਗਦਾ ਤਾਂ ਵੀ ਰਾਜਾ ਵੀ ਐਸੇ ਹੀ ਹੋ ਗਿਆ, ਜਿਹੜੇ ਐਸੇ ਨੌਕਰ ਰਾਣੀ ਨੂੰ ਸਾਰੇ। ਜਾ ਕੇ ਕਹਿੰਦਾ ਰਾਜਾ ਮੁਖ ਤੇ ਰਾਮ ਕਹੋ ਪਲ ਪਲ ਘੜੀ ਘੜੀ, ਸੁਤ ਖਾਇਓ ਮਿਰਗਰਾਜ ਨੇ ਮੇਰੇ ਪਾਸ ਮੜੀ। ਤੇਰਾ ਪੁੱਤਰ ਖਾ ਲਿਆ ਇਕਲੌਤਾ ਬੇਟਾ। ਪੁੱਤਰ ਦੀ ਮੌਤ ਸੁਣ ਕੇ ਰਾਜੇ ਨੇ ਬੜੀ ਧੀਰਜ ਸਹਿਤ ਕਿਹਾ, ਰਿਸ਼ੀ ਜਿਹੜਾ ਕੋ ਹੋਣਾ ਸੀ ਹੋ ਗਿਆ, ਤੂੰ ਕਾਹਨੂੰ ਤਪ ਛੱਡੀ ਫਿਰਦਾ?
ਕਿਸੇ ਦਾ ਪੁੱਤਰ ਮਰੇ, ਕਿਸੇ ਦਾ ਜਿਉਂਦੇ, ਤੂੰ ਘਰ ਵਾਰਾ ਸੁਨੇਹੇ ਦੇਣ ਵਾਸਤੇ ਹੀ ਛੱਡਿਆ? ਮਰਿਆਂ ਦੀਆਂ ਖਬਰਾਂ ਦੇਣ ਵਾਸਤੇ ਹੀ ਆ ਤੂੰ ਬੰਦਗੀ ਕਰੇ ਤਾਂ ਪ੍ਰਲਭ ਦੇ ਇੰਨੀ ਸੀ ਉਹਦੀ। ਇਹ ਖਬਰ ਦੇਣ ਲਈ ਤੈਨੂੰ ਨਹੀਂ ਸੀ ਆਉਣਾ ਚਾਹੀਦਾ। ਤੂੰ ਸੰਤ ਹੈ। ਇਹ ਸੰਸਾਰ ਮੁਸਾਫਰਖਾਨਾ ਹੈ, ਕੋਈ ਆਉਂਦਾ ਕੋਈ ਜਾਂਦਾ ਹੈ। ਤੇ ਇਹ ਬੜੇ ਸਹਿਜ ਧੀਰ ਦੇ ਨਾਲ ਰਾਜੇ ਨੇ ਕਿਹਾ, ਤਪਿਆ ਤਪ ਕਿਉਂ ਛੋੜਿਓ, ਇਹਾਂ ਤਨਕ ਨਹੀਂ ਸੋਗ, ਬਾਸਾ ਜਗਤ ਸਰਾਏ ਕਾ ਸਭੀ ਮੁਸਾਫਰ ਲੋਗ। ਇਹ ਤਾਂ ਮੁਸਾਫਰਖਾਨਾ ਹੈ। ਤੋ ਇਸ ਕਰਕੇ ਰਿਸ਼ੀ ਦਾ ਸਿਰ ਝੁਕਿਆ, ਰਾਜੇ ਨੂੰ ਨਮਸਕਾਰ ਕੀਤੀ ਕਿ ਖਿਮਾ ਮੰਗਦਿਆਂ ਹੋਇਆਂ ਕਹਿਣ ਲੱਗਿਆ, ਰਾਜਨ ਅੱਜ ਮੈਂ ਤੈਨੂੰ ਨਮਸਕਾਰ ਕਰਦਾ, ਮੈਂ ਤੇਰਾ ਵੱਡਾ ਭਰਾ। ਮੈਂ ਸੋਚਿਆ ਸੀ ਮਾਂ ਨੇ ਸਾਨੂੰ ਇਹ ਬ੍ਰਹਮ ਗਿਆਨੀ ਨਹੀਂ ਬਣਾਇਆ, ਮਾਂ ਨੇ ਤੈਨੂੰ ਵੀ ਬ੍ਰਹਮ ਗਿਆਨੀ ਬਣਾਇਆ ਹੈ। ਤੇਰਾ ਰਾਜਕੁਮਾਰ ਸਹੀ ਸਲਾਮਤ ਹੈ, ਮੈਂ ਜਾ ਕੇ ਭੇਜ ਦੇਣਾ। ਮੈਂ ਤਾਂ ਤੇਰੀ ਪ੍ਰੀਖਿਆ ਕਰਨ ਵਾਸਤੇ ਆਇਆ ਸੀ। ਸੱਚਮੁੱਚ ਤੂੰ ਨਿਰਭੋਗ ਹੈ। ਤੇ ਰਿਸ਼ੀਆਂ ਨੂੰ ਇਹ ਦੁਰਲੱਭ ਹੈ ਅਵਸਥਾ ਜਿਹੜੀ ਤੈਨੂੰ ਮਿਲ ਗਈ। ਖੁਸ਼ੀ ਦੀ ਗੱਲ ਇਹ ਹੈ। ਤੇ ਤੁਹਾਨੂੰ ਪਰਖਣ ਵਾਸਤੇ ਕਿਹਾ ਸੀ। ਉੱਥੇ ਫਿਰ ਰਾਜੇ ਦੇ ਸਾਹਮਣੇ ਕਹਿੰਦਾ ਹੈ ਸੰਤ, ਕਿਆ ਰਾਜਾ ਕਿਆ ਰੰਕ ਹੈ, ਕੌਣ ਤਪੀ ਸੰਨਿਆਸ, ਜਾਂ ਪ੍ਰਭੂ ਕਿਰਪਾ ਕਰੇ ਤਾਂ ਕਿ ਹਿਰਦੇ ਪ੍ਰਗਾਸ। ਉਹਦੇ ਹਿਰਦੇ ਪ੍ਰਕਾਸ਼ ਹੋ ਜਾਂਦਾ। ਰਿਸ਼ੀ ਨੇ ਸੋਚਿਆ ਵੀ ਹੁਣ ਬਾਕੀ ਤਾਂ ਇਮਤਿਹਾਨ ਲੈ ਲਿਆ ਸਾਰਿਆਂ ਦਾ, ਵੀ ਹੁਣ ਰਾਜਕੁਮਾਰ ਦਾ ਵੀ ਇਮਤਿਹਾਨ ਲੈ ਲਈਏ। ਤੇ ਜਾ ਕੇ ਮੂੰਹ ਜਾਂ ਲਮਕਾ ਕੇ ਕਹਿੰਦਾ, ਰਾਜਕੁਮਾਰ ਬੜੀ ਦੁੱਖ ਦੀ ਗੱਲ ਹੈ। ਕੀ ਹੋਇਆ? ਕਹਿੰਦਾ ਵੀ ਤੇਰੇ ਆਉਣ ਤੋਂ ਬਾਅਦ ਤੁਹਾਡੇ ਤਾਂ ਐਸੀ ਵਿਪਤਾ ਪੈ ਗਈ, ਕੋਈ ਰਾਜਾ ਚੜ੍ਹਾਈ ਕਰ ਗਿਆ ਕਿ ਤੁਹਾਡਾ ਤਾਂ ਸਾਰਾ ਹੀ ਟੱਬਰ ਮਾਰ ਦਿੱਤਾ ਤੇ ਰਾਜ ਵੀ ਖੋਲਿਆ। ਕਹਿੰਦਾ ਅੱਛਾ ਹੋ ਗਿਆ ਐਸਾ? ਕਹਿੰਦੇ ਹਾਂ ਗਿਆ। ਇਹ ਜਿਹੜਾ ਕੁਛ ਕਿਹਾ ਸੀ, ਕਹਿੰਦੇ ਸੋਨ ਨਿਰਪਨੰਦਨ ਬਾਤ ਮਮ ਮਹਾ ਸੋਗ ਕੀ ਖਾਨ। ਬਹੁਤ ਵੱਡੇ ਸੋਗ ਦੀ ਗੱਲ ਹੈ। ਨਿਕਸੇ ਪਾਛੇ ਜੁੱਧ ਮੈਂ ਭਈ ਤਬ ਕੁਲ ਕੀ ਹਾਨ। ਤੇਰੀ ਸਾਰੀ ਕੁਲ ਮਾਰੀ ਗਈ। ਪਿਤਾ ਦੀ ਮੌਤ, ਮਾਤਾ ਦੀ ਮੌਤ, ਪਰਿਵਾਰ ਦੀ ਮੌਤ ਸੁਣ ਕੇ ਬੋਲਿਆ, ਇੱਕ ਦਿਨ ਲੋਗ ਕੁਟੰਬ ਕੇ ਆਖਰ ਵਿਛੜਨ ਹੋਏ, ਤਾਂ ਤੇ ਹਮ ਪਹਿਲੇ ਤਜੇ ਸੰਗ ਨਾ ਕਬਹੂ ਕੋਏ। ਚੰਗਾ ਹੋਇਆ ਸੀ ਮੈਂ ਤਾਂ ਪਹਿਲਾਂ ਹੀ ਛੱਡਿਆ ਆਇਆ, ਇੱਕ ਦਿਨ ਤਾਂ ਛੱਡਣੀ ਸੀ। ਚਲਤੇ ਮਾਰਗ ਏਕ ਮੈਂ ਮਿਲੇ ਬਟਾਊ ਸਾਧ। ਬਟਾਊ ਕਹਿੰਦੇ ਨੇ ਰਾਹੀ ਨੂੰ ਜਿਹੜਾ ਨਾਲ ਮਿਲ ਜਾਏ। ਭਾਵੇਂ ਅਬ ਹੀ ਵਿਛੜੇ ਭਾਵੇਂ ਕੋਸ 50। ਉਹ ਰਾਹੀ ਨਹੀਂ ਤਾਂ ਵਿਛੜਨਾ, ਭਾਵੇਂ ਹੁਣ ਵਿਛੜ ਜਾਏ 50 ਕੋਹਾਂ ਤੇ ਵਿਛੜ ਜਾਏ। ਕਿਆ ਕਹੀਏ ਕਿਆ ਛੋੜੀਏ ਥੋੜੇ ਜੀਵਨ ਕਾਜ, ਛੋੜ ਛੋੜ ਸਭ ਜਾਤ ਹੈ ਧਨ ਅਰ ਬੰਧੂ ਰਾਜ। ਇਸ ਪ੍ਰਕਾਰ ਇਸ ਤਰ੍ਹਾਂ ਦੇ ਅਣਗਿਣਤ ਹੀ ਜੋ ਮੋਹ ਨੂੰ ਚਕਨਾਚੂਰ ਕਰਨ ਵਾਲੇ ਨੇ। ਇੱਥੇ ਮੂੰਹ ਦਾ ਅਰਥ ਮੋਹ ਕਰਨਾ। ਤੇ ਇਸ ਪ੍ਰਕਾਰ ਇਹ ਗਿਣਤੀ ਕੀਤੀ ਹੈ। ਅਸੰਖ ਮੋਨ ਲਿਵ ਲਾਏ ਤਾਰ। ਗਿਣਤੀ ਤੋਂ ਰਹਿਤ ਮੌਨ ਧਾਰੀ ਪੁਰਸ਼ ਨੇ ਤੇਲ ਧਾਰਾ ਵਾਂਗੂ ਲਈ ਵਿਰਤੀ ਲਾਈ ਰੱਖਦੇ। ਅਣਗਿਣਤ ਹੀ ਮੌਨ ਧਾਰਨ ਦੇ ਢੰਗ, ਅਣਗਿਣਤ ਹੀ ਮੌਨ ਧਾਰਨ ਦੇ ਵਿਧੀਆਂ ਦੱਸਣ ਵਾਲੇ ਗ੍ਰੰਥ, ਅਣਗਿਣਤ ਪ੍ਰਕਾਰ ਦਾ ਹੀ ਮੌਨ ਦਾ ਫਲ, ਅਣਗਿਣਤ ਪ੍ਰਕਾਰ ਦੇ ਹੀ ਉਹ ਮੌਨ ਹੈ। ਜਿਵੇਂ ਗੁੰਗ ਮੌਨ, ਜੜ ਮੌਨ, ਕਾਸ਼ਟ ਮੌਨ ਤੇ ਗਿਆਨ ਮੌਨ ਮੰਨਿਆ। ਵਿਚਾਰ ਮਾਲਾ 'ਚ ਸਾਰਾ ਹੀ ਆਉਂਦਾ ਵਿਦਾਂਤ ਦੇ ਗ੍ਰੰਥਾਂ 'ਚ। ਗੁੰਗ ਮੌਨ ਕਹਿੰਦੇ ਜਨਮ ਤੋਂ ਹੀ ਗੁੰਗਾ ਹੋਵੇ, ਬੋਲਣ ਦੀ ਸਮਰੱਥਾ ਹੀ ਨਹੀਂ, ਬਿਮਾਰੀ ਦੇ ਕਾਰਨ ਬੋਲਣ ਦੀ ਸਮਰੱਥਾ ਨਾ ਹੋਵੇ, ਉਹਨੂੰ ਗੁੰਗ ਮੌਨ ਕਹਿੰਦੇ। ਜੜ ਮੌਨ ਜਿਹੜੀ ਮੂਰਖਤਾਈ ਕਰਕੇ ਚਤੁਰ ਪੁਰਸ਼ਾਂ ਦੇ ਅੱਗੇ ਗੁੰਗਾ ਹੋ ਕੇ ਬਹਿ ਜਾਣਾ, ਉਤਰੇ ਨਾ ਆਉਣਾ, ਇਹਨੂੰ ਜੜ ਮੌਨ ਕਹਿੰਦੇ ਨੇ। ਕਾਸ਼ਟ ਮੌਨ, ਕਾਸ਼ਟ ਲੱਕੜ ਨੂੰ ਕਹਿੰਦੇ ਨੇ। ਲੱਕੜ ਦੀ ਤਾਂ ਕਠੋਰ ਸੁਭਾਅ ਕਰਕੇ ਵੀ ਜੀਵ ਨੂੰ ਕਾਬੂ ਰੱਖਣਾ, ਬੋਲਣਾ ਹੀ ਨਹੀਂ, ਉਹਦੇ ਕਰਕੇ ਸਿਲੇ ਕੱਟਦੇ ਨੇ, ਕੋਈ ਕੁਛ ਕਰਦਾ, ਇਹ ਕਾਸ਼ਟ ਮੌਨ ਹੈ। ਗਿਆਨ ਮੌਨ, ਗਿਆਨ ਅਵਸਥਾ ਨੂੰ ਪ੍ਰਾਪਤ ਕਰਕੇ ਤੇ ਮੈਂ ਮੇਰੀ ਵਰਗੇ ਸੰਕਲਪਾਂ ਨੂੰ ਮਿਟਾ ਦੇਣਾ, ਗਿਆਨ ਮੌਨ ਹੈ। ਮਨ ਦਾ ਚੁੱਪ ਕਰ ਜਾਣਾ। ਵਿਚਾਰ ਮਾਲਾ ਦੇ ਵਿੱਚ ਇਹ ਕਥਨ ਆਉਂਦਾ ਹੈ, ਯਹ ਮੈਂ ਮਮ ਯਹ ਨਾਹਿ ਮਮ ਸਭ ਵਿਕਲਪ ਭੈ ਸ਼ੀਨ, ਪਰਮਾਤਮਾ ਪੂਰਨ ਸਕਲ ਜਾਨ ਮੌਨ ਤਾਲੀਨ। ਇਉਂ ਬਹੁਤ ਪ੍ਰਕਾਰ ਦੇ ਹਨ। ਕੁਦਰਤ ਕਵਣ ਕਹਾ ਵਿਚਾਰ। ਸਿੱਧੋ ਉਸ ਪਰਮਾਤਮਾ ਦੀ ਕੁਦਰਤ ਸ਼ਕਤੀ ਦਾ ਵਿਚਾਰ ਕਵਣ ਕਿੰਨਾ ਕੁ ਕੀਤਾ ਜਾਵੇ। ਕਹਾ ਕਿਹਾ ਨਹੀਂ ਜਾ ਸਕਦਾ। ਕਿੰਨਾ ਕੁ ਕਹੀਏ, ਉਹ ਤਾਂ ਕਿਹਾ ਨਹੀਂ ਜਾ ਸਕਦਾ। ਕੁਦਰਤ ਸ਼ਕਤੀ ਕਵਣ ਕੀ ਚੀਜ਼ ਹੈ ਜੋ ਉਸ ਪ੍ਰਭੂ ਦੇ ਵਿਚਾਰ ਨੂੰ ਕਹਿ ਸਕੇ। ਵਾਰਿਆ ਨਾ ਜਾਵਾ ਏਕ ਵਾਰ। ਸੱਚ ਇਹ ਹੈ ਕਿ ਉਸ ਪ੍ਰਭੂ ਦੇ ਜਸ ਦਾ ਏਕ ਵਾਰ, ਇੱਕ ਬਾਲ ਰੋਮ ਮਾਤਰ ਵੀ ਵਾਰਿਆ ਵਰਨ ਨਹੀਂ ਕੀਤਾ ਜਾ ਸਕਦਾ। ਜੋ ਤੁਧ ਭਾਵੈ ਸਾਈ ਭਲੀ ਕਰ। ਇਸ ਕਰਕੇ ਸਿੱਧੋ
ਜੇ ਇਉਂ ਬੇਨਤੀ ਕਰੀਏ ਵਾਹਿਗੁਰੂ ਨੂੰ ਕਿ ਸਾਨੂੰ ਤੂੰ ਆਪਣੀ ਰਜ਼ਾ ਵਿੱਚ ਰੱਖ, ਜੋ ਤੁਧ ਕੀ ਤੁਹਾਨੂੰ ਭਾਵੇਂ ਭਾਉਂਦੀ ਹੈ, ਉਹੀ ਕਾਰ ਭਰੀ ਕੀ ਚੰਗੀ ਹੈ ਜੇ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਨਿਸ਼ਚਾ ਕਰੀਏ ਹੈ ਨਿਰੰਕਾਰ, ਤੂੰ ਸਦਾ ਕੀਏ ਹਮੇਸ਼ਾ ਹੀ ਤਿੰਨਾਂ ਕਾਲਾਂ ਦੀ ਸਲਾਮਤ ਹੈ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਤੇ ਇਸੇ ਪ੍ਰਕਾਰ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਇਸੇ ਸ਼ਬਦ ਦੁਆਰਾ ਜਿਹੜਾ ਦੂਸਰਾ ਅਰਥ ਹੈ ਉਹ ਸਿੱਖ ਮੁਖ ਦੁਆਰਾ ਪ੍ਰਸ਼ਨ, ਜਿਵੇਂ ਸਿੱਧਾਂ ਦੇ ਸਿੱਖਾਂ ਨੂੰ ਸਿੱਖਿਆ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਇਹ ਉੱਤਰ ਦੇ ਵਿੱਚ, ਜਿਵੇਂ ਸਿੱਖਾਂ ਨੇ ਪ੍ਰਸ਼ਨ ਕੀਤਾ ਗਰੀਬ ਨਵਾਜ, ਉਹ ਪ੍ਰਭੂ ਦਾ ਜਪ ਦਾ ਮਹਾਤਮ ਦੱਸੋ ਕੀ ਹੈ। ਤੇ ਉੱਤਰ ਵਿੱਚ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ, ਲੈ ਭਾਈ ਜਪ ਦਾ ਮਹਾਤਮ ਸੁਣੋ। ਅਸੰਖ ਜਪ ਅਸੰਖ ਭਾਉ। ਇੱਥੇ ਅਸੰਖ ਅਣਗਿਣਤ ਰੂਪ ਕੌਣ, ਇੱਥੇ ਪਰਮਾਤਮਾ ਤੇ ਅਰਥ ਲਾਉਣਾ ਹੈ। ਅਰਥ ਇਹ ਅਣਗਿਣਤ, ਪਰਮਾਤਮਾ ਕਿਸੇ ਗਿਣਤੀ 'ਚ, ਉਹਨੂੰ ਗਿਣਤੀ 'ਚ ਨਹੀਂ ਨਾ ਕੋਈ ਗਿਣਤੀ ਕੀਤੀ ਤਾਂ ਅੰਤ ਹੋ ਗਿਆ। ਅਣਗਿਣਤ ਰੂਪ ਪਰਮਾਤਮਾ, ਉਸ ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ, ਉਹਨੂੰ ਅਸੰਖ ਅਣਗਿਣਤ ਰੂਪੀ ਪਰਮਾਤਮਾ ਆਪਣਾ ਭਾਵ ਕਹੀਏ ਪਿਆਰ, ਭਾਵ ਕਹੀਏ ਗਿਆਨ, ਇਹ ਬਖਸ਼ ਦਿੰਦਾ ਹੈ। ਅਣਗਿਣਤ ਜੀਵ ਉਸ ਨੂੰ ਭਾਵ ਕਹੀਏ ਪ੍ਰੇਮ ਕਰਦੇ ਹਨ। ਅਸੰਖ ਪੂਜਾ ਅਸੰਖ ਤਪਤਾ। ਜਿਸ ਨੇ ਉਸ ਅਸੰਖ ਅਣਗਿਣਤ ਰੂਪ ਪਰਮਾਤਮਾ ਨੂੰ ਜਪਿਆ ਤੇ ਮਾਨੋ ਉਸ ਨੇ ਸਰਬ ਪ੍ਰਕਾਰ ਦੀ ਪੂਜਾ ਕਰ ਲਈ, ਤੇ ਉਹਨੇ ਅਣਗਿਣਤ ਪਰਮਾਤਮਾ ਦੇ ਨਾਮ ਜਪਣ ਕਰਕੇ ਉਹਦਾ ਤਪ ਤਾ ਲਿਆ, ਅਣਗਿਣਤ ਪ੍ਰਕਾਰ ਦੇ ਤਪ ਦਾ ਫਲ ਵੀ ਉਹਨੂੰ ਮਿਲ ਗਿਆ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਕੀਤ, ਉਹਦੇ ਸਾਰੇ ਜਪ ਤਪ ਹੋ ਗਏ। ਰਾਜਸੀ ਤਪ ਇੰਦਰੀਆਂ ਨੂੰ ਦਮਨ ਕਰਨਾ, ਇਹ ਰਾਜਸੀ ਤਪ ਹੈ। ਤਾਮਸੀ ਤਪ ਜਲ ਧਾਰੇ ਧੂਣੀਆਂ ਤਾਪਣੀਆਂ, ਸਾਂਤਕੀ ਤਪ ਸਤ ਸੰਗਤ ਦੁਆਰਾ ਕਥਾ ਕੀਰਤਨ ਸੁਣਨਾ ਹੀ ਜਾਂ ਕਰਨੀ, ਇਹ ਸਾਂਤਕੀ ਤਪ ਹੈ ਜਿਹੜੀ ਇਸ ਵੇਲੇ ਕਰ ਰਹੇ ਹੋ ਤੁਸੀਂ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ, ਅਸੰਖ ਗ੍ਰੰਥ ਮੁਖ ਵੇਦ ਪਾਠ। ਜਿਸ ਨੇ ਵੀ ਉਸ ਅਸੰਖ ਅਣਗਿਣਤ ਰੂਪ ਪ੍ਰਭੂ ਦੇ ਨਾਮ ਨੂੰ ਜਪਿਆ, ਇਹ ਮਾਨੋ ਸਮਝ ਲਓ ਵੀ ਉਸ ਨੇ ਸਾਰੇ ਗ੍ਰੰਥ ਪੜ੍ਹ ਲਏ, ਅਤੇ ਮੁੱਖ ਮੁਖੀ ਵੇਦਾਂ ਦਾ ਜੋ ਪਾਠ ਹੈ ਉਹ ਵੀ ਸਮਝ ਲਓ ਕਰ ਲਿਆ, ਉਹਦੇ ਅੰਤਰਭੂਤ ਆ ਗਏ ਨਾਮ ਦੇ। ਮੁੱਖ ਮੁਖੀ ਪ੍ਰਭੂ ਦੇ ਵੇਦ ਜਾਣ ਲਿਆ ਕਿ ਪਰਮਾਤਮਾ ਹੀ ਮੁਖੀ ਹੈ, ਉਹਦੇ ਮੁਖ ਜੋ ਪੈਦਾ ਹੋਏ ਨੇ। ਵੇਦ ਪਾਠ ਅੰਦਰ ਜੋ ਮੁੱਖ ਉਪਨਿਸ਼ਦਾਂ ਨੇ ਉਹ ਵੀ ਉਹਨੇ ਪੜ੍ਹ ਲਈਆਂ। ਸਾਰੀਆਂ ਵਿਦਿਆਵਾਂ ਆਪਣੇ ਆਪ ਸਪੂਰਨ ਹੋ ਜਾਂਦੀਆਂ, ਨਾਮ ਦਾ ਪ੍ਰਤਾਪ ਹੈ। ਤੇ ਇਸ ਕਰਕੇ ਉਹ ਅਸੰਖ ਅਣਗਿਣਤ ਰੂਪ ਪ੍ਰਭੂ ਨੂੰ ਮੁੱਖੋਂ ਜਪਿਆ ਜਿਨ੍ਹਾਂ ਨੇ, ਉਹਨਾਂ ਨੇ ਵੇਦ ਗਿਆਨ ਦੀ ਪ੍ਰਾਪਤੀ। ਗ੍ਰੰਥੀ ਭਾਵ ਇੱਥੇ ਤਿੰਨ ਪ੍ਰਕਾਰ ਦੀਆਂ ਗੰਢਾਂ, ਗ੍ਰੰਥ ਨਾਲ ਗੰਢ ਦਾ ਹੁੰਦਾ ਹੈ। ਉਹਨਾਂ ਨੇ ਪਾਠ ਪਾੜ ਦਿੱਤੀਆਂ ਤਿੰਨੇ ਪ੍ਰਕਾਰ ਦੀਆਂ ਗੰਢਾਂ, ਕਿਹੜੀਆਂ ਨੂੰ ਉਹ ਅੱਗੇ ਹੈ। ਜੋ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ, ਉਹਦੀ ਸ਼ਕਤੀ ਵਿੱਚ ਗ੍ਰੰਥ ਗੰਢਾਂ ਭਾਵ ਜਿਹੜੀਆਂ ਰੁਕਾਵਟਾਂ ਸੀ ਉਹਨਾਂ ਨੂੰ ਪਾਠ ਕੀਏ ਪਾੜ ਲਿਆ, ਭਾਵ ਰੁਕਾਵਟਾਂ ਨਾਸ ਕਰ ਦਿੱਤੀਆਂ। ਉਹ ਤਿੰਨ ਪ੍ਰਕਾਰ ਦੀਆਂ ਗੰਢਾਂ ਕਿਹੜੀਆਂ ਨੇ? ਇੱਕ ਚਿੱਤ ਜੜ ਗ੍ਰੰਥੀ ਕਹਿੰਦੇ ਨੇ, ਇਹ ਵਿਚਾਰ ਸਾਗਰ ਦੀਆਂ ਗੱਲਾਂ ਨੇ। ਸਤ ਚਿੱਤ ਆਨੰਦ ਰੂਪ ਚੇਤਨ ਬ੍ਰਹਮ ਨੂੰ ਅਸਤ ਜੜ ਦੁੱਖ ਰੂਪ ਸਮਝਣਾ, ਅਸਤ ਜੜ ਦੁੱਖ ਰੂਪ ਦੇਹ ਨੂੰ ਸਤ ਚਿੱਤ ਆਨੰਦ ਸਮਝਣਾ। ਅਹੰ ਇਹ ਅਧਿਆਸ ਹੈ। ਜੈਸਾ ਕਿ ਗੁਰਬਾਣੀ 'ਚ ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲਿਆ ਇਹ ਜੁਗਤਾ। ਹਉ ਹਉ ਭੀਤ ਪਿਓ ਹੈ ਬੀਚੋ, ਸੁਨਤ ਦੇਸ ਨਿਕਟਾਇਓ। ਪਾਪੀ ਰੀ ਕੇ ਪਾਤ ਪਰਦੋ, ਬਿਨ ਪੇਖੇ ਦੂਰ ਆਇਓ। ਨਿਵਰਤੀ ਕੀ ਹੈ ਦੀ? ਹਉ ਹਉ ਕਰਦੀ ਸਭ ਫਿਰੈ, ਬਿਨ ਸਬਦੇ ਹਉ ਨ ਜਾਏ। ਨਾਨਕ ਨਾਮ ਰਤੇ ਤਿਨ ਹਉਮੈ ਗਈ, ਸੱਚੇ ਰਹੇ ਸਮਾਏ। ਸੰਸੇ ਗ੍ਰੰਥੀ ਪ੍ਰਮਾਣ ਪ੍ਰਮੇਯ ਵਿਪਰਜੈ ਸੰਸਿਆਂ ਦੀ ਗੰਢ ਪਈ ਹੋਈ ਹੈ। ਪ੍ਰਮਾਣਗਤ ਸੰਸਾ ਵੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਵੀ ਇਹਦੇ 'ਚ ਬ੍ਰਹਮ ਦੀ ਏਕਤਾ ਦਾ ਕਥਨ ਹੈ ਜਾਂ ਇਸ ਤੋਂ ਉਲਟ ਅਨੇਕਤਾ ਦਾ ਕਥਨ ਹੈ। ਇਹਦੀ ਨਿਵਰਤੀ ਕਿਵੇਂ ਹੁੰਦੀ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਪਾਠ ਸੁਣਾਂਗੇ ਕਰਾਂਗੇ ਤੇ ਉਹ ਫਿਰ ਏਕੋ ਹੈ ਭਾਈ, ਏਕੋ ਹੈ। ਪ੍ਰਮੇਗਤ ਸੰਸਾ ਜੀਵ ਅਤੇ ਬ੍ਰਹਮ ਦਾ ਇੱਕ ਸਰੂਪ, ਇਹ ਸੱਤ ਹੈ ਜਾਂ ਜੀਵ ਅਤੇ ਬ੍ਰਹਮ ਵੱਖਰੇ ਵੱਖਰੇ ਨੇ। ਤੇ ਇਹ ਇਸ ਤਰ੍ਹਾਂ ਦਾ ਸੰਸੇ ਹਿਰਦੇ ਗ੍ਰੰਥੀ ਹੈ। ਸੋ ਪ੍ਰਭ ਦੂਰ ਨਾਹੀ ਪ੍ਰਭ ਤੂੰ ਹੈ, ਲੋਕਾਂ ਭਰਮ ਨਾ ਭੂਲੋ ਭਾਈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹਿਓ ਸਰਬ ਠਾਈ।
ਸਗਲ ਬਨਸਪਤ ਮਹਿ ਬਿਨਾ ਸੰਤਰ ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋ ਸਮਾਣੀ ਘਟ ਘਟ ਮਾਧੋ ਜੀਆ। ਵਿਪਰਜੇ ਸੰਸਾਰ, ਜੀਵ ਅਤੇ ਬ੍ਰਹਮ ਦਾ ਭੇਦ ਸੱਤ ਹੈ ਜਾਂ ਦੇਹ ਆਦਿਕ ਸਾਰਾ ਪਸਾਰਾ ਜਿਹੜਾ ਇਹ ਸਤ ਸਰੂਪ, ਇਹਦੀ ਨਿਵਰਤੀ ਕਿਵੇਂ ਹੁੰਦੀ ਹੈ? ਜਲ ਥਲ ਮਹੀਲ ਸੁਆਮੀ ਸੋਈ, ਅਵਰ ਨ ਕਹੀਆ ਦੂਜਾ ਕੋਈ। ਗੁਰ ਗਿਆਨ ਅੰਜਨ ਕਾਟਿਓ ਪਰਮ ਸਗਲਾ, ਅਵਰ ਨ ਦੀਸੈ ਏਕ ਬਿਨਾ, ਫਿਰ ਇਹ ਅਵਰਥਾ ਪ੍ਰਾਪਤ ਹੋ ਜਾਂਦੀ ਹੈ। ਸੋ ਇਸ ਪ੍ਰਕਾਰ ਦੇ ਸੰਸੇ ਇਹਨਾਂ ਦੀ ਨਿਮਰਤੀ ਸਤਿਗੁਰਾਂ ਕੋਲੋਂ ਬਖਸ਼ਿਸ਼ ਹੋਏ ਗਿਆਨ ਦੁਆਰਾ ਹੁੰਦੀ ਹੈ। ਸਤਿਗੁਰ ਸੇਵੋ ਸੰਕ ਨਾ ਕੀਜੈ, ਆਸਾ ਮੈਂ ਨਿਰਾਸ ਰਹੀਜੈ। ਸੰਸਾ ਦੁਖ ਮੈਂ ਨਾਸਨ ਸੇਵੋ, ਫਿਰ ਬਹੁੜ ਰੋਗ ਨਾ ਲਾਇਆ। ਸਗਲ ਤਿਆਗ ਗੁਰ ਸਰਨੀ ਆਇਆ, ਮਿਟੇ ਅੰਦੇਸੇ ਨਾਨਕ ਸੁਖ ਪਾਇਆ। ਐ ਮਿਟਦੇ ਨੇ ਕਰਮ ਗ੍ਰੰਥੀ ਗੰਢ ਕਿਹਨੂੰ ਕਹਿੰਦੇ ਨੇ? ਕਰਤਾ ਤੇ ਭੋਗਤਾ ਦੀ ਗੰਢ। ਵਿਚਾਰਨਾ ਕਿ ਮੈਂ ਕਰਤਾ ਹਾਂ, ਮੈਂ ਹੀ ਭੋਗ ਰਿਹਾ ਹਾਂ, ਮੈਂ ਪਿੱਛੇ ਕਰਮ ਕੀਤੇ, ਉਹਨਾਂ ਦਾ ਫਲ ਮੈਂ ਅਗਲੇ ਜਨਮ 'ਚ ਭੋਗੂੰਗਾ। ਤਨ ਮੇਰਾ ਸੰਪੈਸਾ ਮੇਰੀ, ਬਾਗ ਮਿਲਕ ਸਭ ਜਾਏ। ਦੇਵਨਹਾਰਾ ਵਿਸਾਰਿਓ ਠਾਕਰ, ਖਿਨ ਮੈਂ ਹੋਤ ਪਰਾਏ। ਹਉ ਸੰਚੋ ਹਉ ਖਾਟਤਾ, ਸਗਲੀ ਅਵਧ ਵਿਹਾਨੀ। ਜਾਂ ਹਉ ਬੰਦੋ ਹਉ ਸਾਧੋ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਨਿਵਰਤੀ ਕਿਵੇਂ ਹੁੰਦੀ ਹੈ ਇਹਦੀ? ਇਹ ਕਰਮ ਕਰਨ ਗਣਤੀ ਦੀ ਨਿਵਰਤੀ ਹੁੰਦੀ ਹੈ। ਆਪਨ ਤਨਨ ਹੀ ਕਾਕੋ ਗਰਬਾ, ਰਾਜ ਮਿਲਖ ਨਹੀਂ ਆਪਨ ਦਰਬਾ। ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ। ਇਸ ਪ੍ਰਕਾਰ ਕਥਨ ਹੈ ਵੀ ਇਹ ਸੰਸੇ ਇਹੋ ਨਿਮਰਤ ਹੋ ਜਾਂਦੇ ਨੇ। ਅਸੰਖ ਜੋਗ ਮਨ ਰਹਿ ਉਦਾਸ, ਤੇ ਜਿਸ ਨੇ ਵੀ ਉਸ ਅਸੰਖ ਅਣਗਿਣਤ ਰੂਪ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਨੇ ਮਾਨੋ ਸਾਰ ਪ੍ਰਕਾਰ ਦੇ ਯੋਗ ਕਰ ਲਏ। ਤੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਨੇ ਤੇ ਕਥਨ ਕੀਤਾ, ਆਤਮਨੀ ਪਰਮਾਤਮਨੀ ਜੁਜੰਤੀ ਸਾਜੋਗਾ। ਹੇ ਅਰਜਨ, ਤੇ ਇਸ ਪ੍ਰਕਾਰ ਦਾ ਜਿਹੜਾ ਉਪਦੇਸ਼ ਦਿੰਦਿਆਂ ਹੋਇਆਂ ਕਿ ਯੋਗ ਨਾਮ ਜੁੜਨ ਦਾ ਹੈ। ਆਤਮਾ ਪਰਮਾਤਮਾ ਨੂੰ ਇੱਕ ਰੂਪ ਜਾਂ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਭਰੈ। ਇਸੇ ਦਾ ਸਿਧਾਂਤ ਹੈ ਆਤਮਨੇ ਪਰਮਾਤਮਨੇ ਜੁਜੰਤੀ ਸਾਜੋਗਾ। ਜਿਹੜਾ ਯੋਗ ਸ਼ਾਸਤਰ ਹੈ ਪਤੰਜਲੀ ਯੋਗ, ਉਹਦੇ ਵਿੱਚ ਵੀ ਇੱਕ ਸੁਰਤੀ ਆਉਂਦੀ ਹੈ, ਯੋਗਾਸ ਬਿਰਤੀ ਚਿੱਤ ਬਿਰਤੀ ਨਿਰੋਧਾ। ਚਿੱਤ ਬਿਰਤੀ ਦਾ ਨਿਰੋਧ ਕਰਨਾ, ਰੋਕਣਾ, ਤੇ ਉਹ ਪਤੰਜਲ ਨੇ ਯੋਗ ਮੰਨਿਆ ਹੈ। ਜਿਸ ਗੁਰਮੁਖ ਨੇ ਅਸੰਖ ਅਣਗਿਣਤ ਰੂਪ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਦੇ ਵਿੱਚ ਯੋਗ ਜੁੜਨਾ ਕੀਤਾ, ਉਹਨੇ ਸਾਰੇ ਯੋਗ ਵੀ ਕਮਾ ਲਏ। ਰਾਜ ਲੀਲਾ ਤੇਰੇ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਗੁਰਸਿੱਖ ਜੋਗੀ ਜਾਗਦੇ ਮਾਇਆ, ਅੰਦਰ ਕਰਨ ਉਦਾਸੀ। ਤੋ ਇਸ ਕਰਕੇ ਮਨ ਰਹਿ ਹੈ ਉਦਾਸ। ਉਹ ਗੁਰਮੁਖ ਜਨ ਸਦਾ ਮਨ ਵਿਸ਼ਿਆਂ ਵਿੱਚੋਂ ਉਦਾਸ ਉਪਰਾਮ ਰਹੇ ਰਹਿੰਦੇ ਨੇ। ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦਾ ਮਨ ਸੰਸਾਰਕ ਪਦਾਰਥਾਂ, ਵਿਸ਼ੇ ਵਿਕਾਰਾਂ, ਇਹਨਾਂ ਵੱਲੋਂ ਉਦਾਸ ਕੀ ਨਿਰਲੇਪ ਹੋ ਜਾਂਦਾ ਹੈ। ਵਿਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਤੋ ਇਸ ਕਰਤੰਗ ਦੇ ਨਾਲ ਉਹ ਗੁਰਮੁਖ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਮਨ ਕਰਕੇ ਕਮਲ ਦੇ ਫੁੱਲ ਵਾਂਗੂ ਨਿਰਲੇਪ ਰਹਿੰਦੇ ਨੇ। ਉਹਨਾਂ ਦਾ ਚਿੱਤ ਪਰਿਵਾਰ ਦੇ ਮੋਹ ਵਿੱਚ ਨਹੀਂ ਫਸਦਾ, ਪਰਮਾਤਮਾ ਦੇ ਵਿੱਚ ਜੁੜਿਆ ਰਹਿੰਦਾ ਹੈ। ਵਿਚੇ ਗ੍ਰਹਿ ਗੁਰਬਚਨ ਉਦਾਸੀ, ਹਉਮੈ ਮੋਹ ਜਲਾਇਆ। ਦੀਸੈ ਸਭ ਮਹਿ ਸਭ ਤੇ ਰਹਤੇ, ਪਾਰ ਬ੍ਰਹਮ ਕਾ ਉਹ ਧਿਆਨ ਤਰਤੇ। ਜਿਵੇਂ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਗੁਰਮੁਖ ਸੁਖ ਪਰ ਸਾਧ ਸੰਗ ਮਾਇਆ, ਅੰਦਰ ਕਰਨ ਉਦਾਸੀ। ਭਾਈ ਗੁਰਦਾਸ। ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂੜ ਵਿਭੂਤ ਮਲਾਸੀ। ਇਹ ਸੰਤਾਂ ਧੂੜ ਵਿਭੂਤ ਸੋ ਲਾਸੀ, ਇਸ ਤਰ੍ਹਾਂ ਲਾਉਂਦੇ। ਇਸ ਪ੍ਰਕਾਰ ਦਾ ਉਹਨਾਂ ਦਾ ਯੋਗ ਵੀ ਕਰ ਲਿਆ ਉਹਨਾਂ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਜਿਸ ਨੇ ਵੀ ਉਸ ਅਣਗਿਣਤ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹਨੇ ਭਗਤ ਸੇਵਕ ਬਣ ਕੇ ਸਰਬ ਪ੍ਰਕਾਰ ਦੀਆਂ ਨਬਦਾ ਭਗਤੀ, ਪ੍ਰੇਮਾ ਭਗਤੀ, ਪਰਾ ਭਗਤੀ, ਅਪਰਾ ਭਗਤੀ, ਇਹ ਭਗਤੀਆਂ ਦੇ ਨਾਮ ਹਨ, ਇਹ ਸਾਰੀਆਂ ਭਗਤੀਆਂ ਪ੍ਰਾਪਤ ਕਰ ਲਈਆਂ। ਜਿੰਨੇ ਵੀ ਸ੍ਰੇਸ਼ਟ ਗੁਣ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦੇ ਨੇ। ਇਸ ਕਰਕੇ ਉਹ ਸੰਖ ਰੂਪ ਪਰਮੇਸ਼ਰ ਦਾ ਨਾਮ ਜਪ ਕੇ ਭਗਤ ਹੋ ਗਿਆ। ਭਗਤ ਭਗਤ ਜਾ ਕੇ ਵੱਜਿਆ ਚੌਂ ਚੁੱਕਾਂ ਦੇ ਵਿੱਚ ਚਮਰੇਟਾ। ਭਗਤ ਰਵਿਦਾਸ ਜੀ ਬਾਰੇ ਕਿਹਾ ਗੁਣ ਗਿਆਨ ਵਿਚਾਰ। ਉਹ ਗੁਰਮੁਖ ਤੱਤ ਵੇਤੇ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਵਿਚਾਰ, ਇਹ ਸਾਰੇ ਗੁਣ ਪੈਦਾ ਹੋ ਜਾਂਦੇ ਨੇ। ਗਿਆਨ ਪ੍ਰੋਖ ਅਤੇ ਅਪਰੋਖ ਗਿਆਨ ਹੋ ਜਾਂਦਾ ਹੈ। ਵਿਚਾਰ ਸਤ ਅਸਾਦੇ ਨਿਰਣੇ ਦੀ ਵਿਚਾਰ, ਸਤ ਨਿਰਤ ਬੁਝੇ ਜੇ ਕੋਏ। ਪ੍ਰੋਹ ਗਿਆਨ ਓਲੇ ਵਾਲਾ ਗਿਆਨ ਕਿ ਪਰਮਾਤਮਾ ਹੈ, ਪ੍ਰਤੀਤ ਨਹੀਂ ਹੁੰਦਾ, ਦਿਸਦਾ ਨਹੀਂ ਪਰ ਹੈ। ਅਪਰੋਹ ਗਿਆਨ ਪ੍ਰਤੱਖ ਗਿਆਨ, ਪਰਮੇਸ਼ਰ ਨੂੰ ਪ੍ਰਤੱਖ ਕਰਕੇ ਵੇਖ ਲੈਣਾ। ਮਿਲੇ ਪ੍ਰਤੱਖ ਗਸਾਈਆਂ ਧੰਨਾ ਬੜਭਾਗਾ। ਤੇ ਇਸ ਕਰਕੇ ਤਤ ਵੇਤਿਆਂ ਨੇ ਉਸ ਪਰਮਾਤਮਾ ਨੂੰ ਪ੍ਰਤੱਖ ਰੂਪ ਦੇ ਵਿੱਚ ਦਰਸ਼ਨ ਕੀਤੇ ਨੇ।
ਅਸੰਖ ਭਗਤ ਗੁਣ ਗਿਆਨ ਵਿਚਾਰ। ਅੱਗੇ ਦੱਸਦੇ ਹਨ, ਅਸੰਖ ਸਤੀ ਅਸੰਖ ਦਾਤਾਰ। ਅਸੰਖ, ਜਿਸ ਨੇ ਅਸੰਖ ਗਿਣਤੀ ਤੋਂ ਰਹਿਤ ਵਾਹਿਗੁਰੂ ਦੇ ਨਾਮ ਨੂੰ ਜਪਿਆ, ਜਿਹੜਾ ਵਾਹਿਗੁਰੂ ਗਿਣਤੀ ਤੋਂ ਰਹਿਤ ਹੈ, ਤੇ ਉਹ ਜਿਹੜਾ ਐਸਾ ਪਰਮੇਸ਼ਰ ਹੈ, ਉਹਦੇ ਅੰਦਰ ਸਤੀ ਭਲਾ ਭਾਵ ਦਾਨੀ ਪੁਰਖ, ਉਹ ਭਲਾ ਪੁਰਖ ਹੋ ਗਿਆ, ਦਾਨੀ ਪੁਰਖ ਹੋ ਗਿਆ, ਸਤ ਪ੍ਰਤਿਗਿਆ। ਉਹਨੇ ਸੰਸਾਰ ਦੇ ਵਿੱਚ ਸਤੀ ਅਸਤੀ ਪ੍ਰੰਤੀ ਪ੍ਰੇਤਾ ਰੂਪ ਜੋ ਬ੍ਰਹਮ ਨੂੰ ਨਿਸ਼ਚੈ ਕਰ ਲਿਆ। ਅਸੰਖ ਦਾਤਾਰ, ਗਿਣਤੀ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਗਿਆਸੂ ਨੇ ਜਪਿਆ, ਉਸ ਨੂੰ ਪ੍ਰਭੂ ਦੇ ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਵਾਹਿਗੁਰੂ ਨੇ ਕਰ ਦਿੱਤੀ ਹੈ। ਉਹ ਤਤਵੀਤਾ ਬ੍ਰਹਮ ਗਿਆਨ ਦਾ ਦਾਨ ਦੇਣ ਵਾਲਾ ਦਾਤਾ ਬਣ ਜਾਂਦਾ। ਫਿਰ ਗਿਣਤੀ ਤੋਂ ਰਹਿਤ ਦਾਤਾਂ, ਸਾਰੀਆਂ ਦਾਤਾਂ ਪ੍ਰਮਾਤਮਾ ਨੇ ਉਸ ਨੂੰ ਤਲੀ ਤੇ ਰੱਖ ਦਿੱਤੀਆਂ ਨੇ। ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਰਹਿਰਾ ਸਰੂਪ ਪੜ੍ਹਦੇ ਆ ਨਾ, ਇਹ ਦਾਤਾਂ ਵਾਹਿਗੁਰੂ ਉਹਨਾਂ ਨੂੰ ਦੇ ਦਿੰਦਾ ਹੈ। ਅਸੰਖ ਸੂਰ ਮੋਹ ਪਕਸਾਰ। ਜਿਸ ਨੇ ਅਸੰਖ ਅਣਗਿਣਤ ਰੂਪ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ, ਉਹ ਸਤਿਗੁਰਾਂ ਦਾ ਸੂਰ ਸੂਰਮਾ, ਸਤਿਗੁਰਾਂ ਨੇ ਉਹਨੂੰ ਸੂਰਮਾ ਕਰ ਦਿੱਤਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਸੂਰਮੇ, ਉਸ ਨੇ ਆਪਣੇ ਮਨ ਰੂਪੀ ਜਾਂ ਅਗਿਆਨ ਰੂਪ ਦੁਸ਼ਮਣ ਨੂੰ ਜਿੱਤ ਲਿਆ। ਐਸੇ ਸੂਰ ਸੂਰਜ ਦੀ ਨਿਆਈ, ਉਹਦੇ ਹਿਰਦੇ 'ਚ ਬ੍ਰਹਮ ਗਿਆਨ ਪ੍ਰਕਾਸ਼ ਹੋ ਗਿਆ। ਮੋਹ ਦੇ ਸਾਰੇ ਸੰਸਾਰ ਨੂੰ ਭਖ ਖਾਈ ਜਾ ਰਿਹਾ ਨਾ ਮੋਹ, ਇਸ ਨੂੰ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਸਾਰ ਕੀ ਸਾੜ ਦਿੱਤਾ ਹੈ ਉਹਨਾਂ ਨੇ, ਭਾਵ ਕੀ ਅਭਿਨਾਸ਼ ਕਰ ਦਿੱਤਾ। ਉਹ ਗੁਰਮੁਖ ਮੋਹ ਨੂੰ ਸਾਰ ਕੇ ਸਾੜ ਕਰਕੇ ਪਰਮੇਸ਼ਰ ਦੇ ਨਾਮ ਨੂੰ ਭਖ ਉਚਾਰਨ ਕਰਦੇ ਹੈ, ਉਹਦੇ ਵਿੱਚ ਅਭੇਦ ਹੋ ਜਾਂਦੇ ਨੇ। ਗਿਣਤੀ ਤੋਂ ਰਹਿ ਐਸੇ ਸੂਰ ਸੂਰਮੇ ਵਿਵੇਕੀ ਨੇ, ਜਿਨ੍ਹਾਂ ਨੇ ਸਾਰ ਸਿਧਾਂਤ ਰੂਪੀ ਚੇਤਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਮੂੰਹ ਮੋਹ ਨੂੰ ਭਖ ਲਿਆ, ਭਾਵ ਉਹਦਾ ਨਾਸ਼ ਕਰ ਦਿੱਤਾ ਹੈ। ਅਸੰਖ ਮੋਨ ਲਿਵ ਲਾਏ ਤਾਰ। ਅਣਗਿਣਤ ਰੂਪ ਵਾਹਿਗੁਰੂ ਪਰਮੇਸ਼ਰ, ਉਹਦੇ ਨਾਮ ਨੂੰ ਜਿਸ ਗੁਰਮੁਖ ਨੇ ਜਪਿਆ, ਉਹਨੇ ਸਾਰੇ ਮੌਨ, ਇਹ ਮੌਨ ਧਾਰਨ ਦੀ ਲੋੜ ਨਹੀਂ, ਉਹਨੇ ਸਾਰੇ ਮੌਨ ਕਰ ਲਏ। ਮਨ ਦੀਆਂ ਸਾਰੀਆਂ ਬਿਰਤੀਆਂ ਦੀ ਲਿਵ ਤੇਲ ਧਾਰਾ ਵੱਤ ਲੱਗੀ ਰਹਿੰਦੀ ਹੈ, ਇੱਕ ਰਸ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ। ਉਹਦੇ ਮਨ ਦੇ ਫੁਰਨੇ ਬੰਦ ਹੋ ਜਾਂਦੇ ਨੇ, ਉਹ ਬੋਲਦਾ ਹੋਇਆ ਵੀ ਬੋਲਦਾ ਨਹੀਂ, ਬੋਲਦਾ ਜ਼ਬਾਨ ਨਾਲ, ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੱਲ ਰਿਹਾ ਹੈ, ਮਨ ਚੁੱਪ ਹੈ। ਜੇ ਚੁੱਪ ਕਰ ਜਾਵੇ ਤੇ ਉਹਦੀ ਚੁੱਪ ਨਹੀਂ, ਭਾਵ ਅੰਦਰੋਂ ਨਾਮ ਚੱਲਦਾ ਰਹਿੰਦਾ। ਅਣਗਿਣਤ ਰੂਪ ਪਰਮੇਸ਼ਰ ਨੂੰ ਜਿਸ ਨੇ ਜਪਿਆ, ਉਹਦਾ ਮਨ ਮੌਨੀ ਹੋ ਜਾਂਦਾ ਹੈ, ਸੰਕਲਪ ਵਿਕਲਪਾਂ ਤੋਂ ਰਹਿਤ ਹੋ ਜਾਂਦਾ ਹੈ। ਲਿਵਤਾਰ, ਤਾਰ ਧਾਰਾ ਵਾਂਗੂ ਓੰਕਾਰ ਦਾ, ਜਿਹੜਾ ਤਾਰ ਨਾਮ ਓੰਕਾਰ ਦਾ ਹੈ, ਤਾਰ ਤੁਰੀ ਆਦਿ 10 ਨਾਮ ਓੰਕਾਰ ਦੇ ਨਿਕਲੇ, ਤਾਰ ਨਾਮ ਉਹਦਾ ਹੈ। ਓੰਕਾਰ ਰੂਪ ਪਰਮੇਸ਼ਰ ਹੈ, ਉਹਦੇ 'ਚ ਲਿਵ ਲਾ ਕੇ ਮੂਲ ਮੰਤਰ ਜਪ ਕੇ, ਗੁਰਮੰਤਰ ਜਪ ਕੇ ਮਨ ਸੰਕਲਪਾਂ ਵਿਕਲਪਾਂ ਬੰਨੋ ਉਹਨਾਂ ਨੇ ਮੌਨਤਾ ਪਾ ਲਈ ਹੈ, ਮਨ ਚੁੱਪ ਕਰ ਗਿਆ। ਕੁਦਰਤ ਕਵਣ ਕਹਾ ਵਿਚਾਰ। ਕਿਉਂਕਿ ਮਨ ਦਾ ਚੁੱਪ ਕਰਨਾ ਹੀ ਮੌਨ ਹੈ ਅਸਲੀ ਗੁਰਮਤਿ ਵਿੱਚ। ਹੇ ਗੁਰੂ ਸਿੱਖੋ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਾਬੇ ਬੁੱਢੇ ਜੈਸੇ ਗੁਰਮੁਖ ਤੇ ਉਸ ਬ੍ਰਹਮ ਗਿਆਨੀ ਨੂੰ ਕਹਿੰਦੇ ਜਿੰਨੀ ਕੁਦਰਤ ਕੀ ਇਹ ਸ਼ਕਤੀ ਪ੍ਰਾਪਤ ਹੋਈ ਹੈ, ਉਹਦਾ ਕਿੰਨਾ ਕੁ ਵਿਚਾਰ ਕਰੀਏ। ਭਾਈ ਕਿਹਾ ਨਹੀਂ ਜਾਂਦਾ, ਕਹਿੰਦੇ ਐਡੀ ਸ਼ਕਤੀ ਦਾ ਮਾਲਕ ਹੋ ਜਾਂਦਾ ਹੈ। ਵਾਰਿਆ ਨਾ ਜਾਵਾ ਏਕ ਵਾਰ। ਜਿਸ ਨੇ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ, ਉਹ ਤਤ ਵੇਤੇ ਨੂੰ ਜੋ ਆਨੰਦ ਪ੍ਰਾਪਤ ਹੋਇਆ ਹੈ, ਉਹਦਾ ਏਕ ਵਾਰ ਇੱਕ ਰੋਮ ਵੀ ਵਾਰਿਆ ਵਰਣਨ ਨਹੀਂ ਕੀਤਾ ਜਾ ਸਕਦਾ। ਵਾਰਿਆ ਨਾ ਜਾਵਾ ਏਕ ਵਾਰ, ਉਹ ਵਰਣਨ ਨਹੀਂ ਕੀਤਾ ਜਾ ਸਕਦਾ ਜੋ ਆਨੰਦ ਪ੍ਰਾਪਤ ਹੋਇਆ ਹੈ। ਤੇ ਸਿੱਖਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਸਾਨੂੰ ਦੱਸੋ ਵੀ ਅਸੀਂ ਹੁਣ ਕਰਤੱਵ ਕਿਹੜਾ ਕਰੀਏ। ਇਹ ਬ੍ਰਹਮ ਗਿਆਨ ਦਾ ਭੰਡਾਰਾ ਆਪ ਜੀ ਦਾ ਬਹੁਤ ਵੱਡਾ ਹੈ, ਇਹਦੇ ਵਿੱਚੋਂ ਸਾਨੂੰ ਸੌਖਾ ਜਿਹਾ ਦੱਸ ਦਿਓ ਜਿਹੜਾ ਸਾਡੀ ਸਮਝ ਆਵੇ ਅੱਜ ਦੀ ਸਿੱਖਿਆ ਵਿੱਚ। ਫਿਰ ਮਹਾਰਾਜ ਸਾਹਿਬ ਜੀ ਗੁਰਸਿੱਖਾਂ ਨੂੰ ਇਹੀ ਪਾਵਨ ਬਾਣੀ ਜਿਹੜੀ ਸਿੱਧਮ ਪ੍ਰਥਾ ਹੈ, ਕਰਤਾਰਪੁਰ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਹੈ। ਇਸ ਕਰਕੇ ਸਿੱਖਾਂ ਪ੍ਰਤੀ ਦੂਰੇ ਇਸ ਤਰ੍ਹਾਂ ਦੇ ਅਰਥ ਆ ਜਾਂਦੇ ਨੇ। ਮਹਾਰਾਜ ਸਾਹਿਬ ਨੇ ਫਿਰ ਇਹੀ ਤੁਕ ਦੁਆਰਾ
ਜਿਹੜੀ ਅਗਲੀ ਤੁਕ ਹੈ ਕਿ ਇਸੇ ਪੌੜੀ ਦੀਆਂ ਅਖੀਰਲੀਆਂ ਤੁਕਾਂ ਵਿੱਚ ਕਹਿੰਦੇ ਹਨ, ਜੋ ਤੁਧ ਭਾਵੈ ਸਾਈ ਭਲੀ ਕਾਰ। ਕਹਿੰਦੇ ਹੈ ਗੁਰਸਿੱਖੋ, ਇਹੋ ਜਿਹੇ ਨਾਮੀ ਨਾਮ ਸਿੱਖ ਭਾਈ ਸੁਧਾਰਨ ਵਰਗੇ, ਤੇ ਉਸ ਵੇਲੇ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਭਾਈ ਲਹਿਣਾ ਜੀ, ਬਾਅਦ 'ਚ ਗੁਰੂ ਅੰਗਦ ਬਣੇ ਹੈ, ਬੜੇ ਬੜੇ ਨਾਮੀ ਸਿੱਖ ਨੇ, ਬ੍ਰਹਮ ਗਿਆਨੀ ਨੇ। ਕਹਿੰਦੇ ਗੁਰਸਿੱਖੋ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੁਧ ਕਹੀਏ ਤੁਹਾਨੂੰ, ਭਾਵ ਕਰਮ, ਉਪਾਸਨਾ, ਗਿਆਨ, ਅਨੁਭਵ, ਪ੍ਰਕਾਸ਼ ਬਾਰੇ ਸਾਰਾ ਹੀ ਦੱਸ ਦਿੱਤਾ ਹੈ। ਹੁਣ ਤੁਹਾਨੂੰ ਜਿਹੜੀ ਗੱਲ ਚੰਗੀ ਲੱਗਦੀ ਹੈ, ਆਪਣਾ ਅਧਿਕਾਰ ਤੁਸੀਂ, ਆਪਣੀ ਵਸਤ ਤੂੰ ਆਪ ਪਛਾਣ, ਆਪਣੇ ਅਧਿਕਾਰ ਅਨੁਸਾਰ ਤੁਸੀਂ ਦੇਖੋ। ਕਹਿੰਦੇ ਮਹਾਰਾਜ ਸਾਨੂੰ ਨਹੀਂ ਐਂ ਪਤਾ ਲੱਗਣਾ, ਤੁਸੀਂ ਉਹ ਦੱਸੋ ਗੁਰੂ ਨਾਨਕ ਸਾਹਿਬ ਨੂੰ। ਮਹਾਰਾਜ ਕਹਿੰਦੇ ਅੱਛਾ ਮੈਂ ਦੱਸਦਾ। ਜਿਹਦਾ ਤਾਂ ਸਿੱਖਾਂ ਦਾ ਮਨ ਵਿਸ਼ਿਆਂ ਦੇ ਵਿੱਚ ਇੱਧਰ ਉੱਧਰ ਦੌੜਦਾ ਹੈ, ਮਨ ਵਿਸ਼ਿਆਂ 'ਚ ਆ ਜੇ, ਉਹ ਭਾਈ ਨਿਸ਼ਕਾਮ ਸੇਵਾ ਕਰਿਆ ਕਰੋ, ਝਾੜੂ ਮਾਰੋ, ਜੂਠੇ ਭਾਂਡੇ ਮਾਂਜੋ, ਪਾਣੀ ਢੋਓ, ਲੰਗਰ ਪਕਾਓ, ਨਾਲੇ ਵਾਹਿਗੁਰੂ ਵਾਹਿਗੁਰੂ ਕਰੋ। ਉਹਦਾ ਤਾਂ ਇਹ ਅਧਿਕਾਰ ਹੈ। ਇਹ ਇਕੱਲੀ ਇਕੱਲੀ ਦੀ ਗੱਲ ਦੱਸਦੇ ਨੇ ਮਹਾਰਾਜ। ਉਹ ਨਿਸ਼ਕਾਮ ਕਰਮ ਕਰੇ, ਸੇਵਾ ਕਰਤ ਹੋਏ ਨਿਹਕਾਮੇ, ਇਹਦੇ ਨਾਲ ਵਾਹਿਗੁਰੂ ਮਿਲੂਗਾ। ਤਿਸ ਕੋ ਹੋਤ ਪ੍ਰਾਪਤ ਸੁਆਮੀ ਪੰਜਵੇਂ ਜਪੁ ਵਿੱਚ ਕਹਿੰਦੇ। ਅੱਛਾ, ਜੇ ਮਨ ਵਿਸ਼ਿਆਂ 'ਚ ਤਾਂ ਜਾਂਦਾ ਨਹੀਂ, ਉਹ ਮਨ ਚੰਚਲਤਾ ਵਿੱਚ, ਬਖੇਵਤਾ ਵਿੱਚ ਰਹਿੰਦਾ, ਟਿਕਾ 'ਚ ਨਹੀਂ ਹੈ। ਕਹਿੰਦੇ ਫਿਰ ਉਪਾਸਨਾ ਕਰੋ, ਫਿਰ ਮਾਨਸਿਕ ਜਾਪ ਕਰੋ। ਪਹਿਲਾਂ ਜੀਵ ਨਾਲ ਜਪਿਆ ਕਰੋ, ਫਿਰ ਮਨ ਦੁਆਰਾ ਜਪਿਆ ਕਰੋ, ਸੁਰਤ ਦੇ ਵਿੱਚ ਨਾਮ ਚਲਿਆ ਜਾਵੇ, ਤੇ ਇਹਦੇ ਨਾਲ ਮਨ ਦੀ ਚੰਚਲਤਾ ਸਾਰੀ ਖਤਮ ਹੋ ਜਾਊਗੀ। ਜੇ ਤੁਸੀਂ ਭਾਈ ਉਪਾਸਨਾ, ਮਨ ਦੀ ਚੰਚਲਤਾ ਬਣੀ, ਜਿਹਨਾਂ ਗੁਰਸਿੱਖਾਂ ਦੀ ਅਵਸਥਾ ਹੋਰ ਅੱਗੇ ਹੋ ਗਈ, ਬਾਬੇ ਬੁੱਢੇ ਜੈਸੇ ਵਰਗਿਆਂ ਦੀ, ਤੇ ਕੇਵਲ ਅਵਰਨ ਦੋਸ਼ ਬਾਕੀ ਹੈ, ਤਾਂ ਫਿਰ ਉਹਨਾਂ ਵਾਸਤੇ ਗਿਆਨ ਦੀ ਸਥਿਤੀ, ਉਹਨੂੰ ਗਿਆਨ 'ਚ ਸਥਿਤ ਹੋ ਜਾਣਾ ਚਾਹੀਦਾ। ਇਹ ਮਹਾਵਾਕ 'ਤੇ ਵਿਸ਼ਵਾਸ ਕਰੋ। ਫਿਰ ਕਿਹੜੇ 'ਤੇ? ਜਿਹੜੀ ਗੱਲ ਸਿੱਧਾਂ ਨੂੰ ਕਹੀ ਸੀ, ਤਤ ਤੁਮ ਪਦ ਦਾ ਸੁਸ਼ੋਧਨ ਹੈ ਜਿਹੜਾ, ਜਾਣੀ ਈਸ਼ਵਰ ਔਰ ਜੀਵ। ਜੀਵ ਦੇ 'ਚ ਅਲਪਗਤਾ, ਇਹ ਮਲੀਨਤਾ ਹੈ, ਇਹਦਾ ਸੰਸ਼ੋਧਨ ਹੋਣਾ ਹੈ। ਈਸ਼ਵਰ ਦੀ ਸਰਵਗਤਾ, ਇਹ ਦੋਨਾਂ ਨੂੰ ਛੱਡ ਕੇ ਕਿ ਬ੍ਰਹਮ ਸਾਰਿਆਂ ਦੇ ਵਿੱਚ ਹੈ, ਮੇਰੇ ਵਿੱਚ ਵੀ ਹੈ, ਈਸ਼ਵਰ ਵਿੱਚ ਵੀ ਹੈ, ਤੇ ਉਹਦਾ ਹੁਣ ਕਥਨ ਕਰਦੇ ਨੇ ਅੱਗੇ। ਕਹਿੰਦੇ ਫਿਰ ਉਹਨੂੰ ਇਸ ਮਹਾਵਾਕ 'ਤੇ, ਤਤਵਸੀ ਮਹਾਵਾਕ ਹੈ ਵੇਦ ਦਾ, ਸ਼ਾਮ ਵੇਦ ਦੀ ਉਪਨਿਸ਼ਦ ਦਾ ਇਹ ਮਹਾਵਾਕ ਹੈ। ਤਤ ਪਦ ਈਸ਼ ਜੀਵ ਤੋਇਮ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕੇ ਜੇ ਭੇਦ ਤੀਨੈ ਏਕੈ ਵੇਦ ਬਤਾਵੈ। ਤਤਮਸੀ, ਤਤ ਤੁਯੰ ਤੇ ਅਸੀਂ। ਇੱਧਰ ਤੂੰ ਸਦਾ ਸਲਾਮਤ ਨਿਰੰਕਾਰ, ਇਹ ਸਿੱਧੀ ਸਾਡੀ ਉਹ ਬੋਲੀ 'ਚ ਉਹ ਗਿਆਨ ਕਿਹਾ। ਦੇਖੋ, ਜਿੱਥੇ ਗਿਆਨ ਦੀ ਗੱਲ ਭਾਵੇਂ ਜਿਹੜੀ ਮਰਜ਼ੀ ਭਾਸ਼ਾ ਦੇ ਵਿੱਚ ਕਹਿ ਦਿੱਤੀ ਹੈ, ਸੌਖੀ ਤੋਂ ਸੌਖੀ ਭਾਸ਼ਾ 'ਚ ਕਹਿ ਦਿੱਤਾ ਹੈ, ਪਰ ਗਿਆਨ ਸੌਖਾ ਨਹੀਂ ਹੈ। ਇਹਨੂੰ ਤਰਤੀਬ ਅਨੁਸਾਰ ਸਮਝਣਾ ਪੈਂਦਾ ਹੈ। ਤਾਂ ਅੱਗੇ ਮਹਾਰਾਜ ਸਾਹਿਬ ਕਹਿੰਦੇ, ਤੂੰ ਸਦਾ ਸਲਾਮਤ ਨਿਰੰਕਾਰ। ਕਹਿੰਦੇ ਭਾਈ ਫਿਰ ਤੁਹਾਡਾ ਆਤਮਿਕ ਸਰੂਪ ਜਿਹੜਾ, ਜਿਹਨੇ ਕਰਮ ਉਪਾਸਨਾ ਇਹ ਕਰ ਲਏ ਨੇ, ਵੀ ਮਨ ਦੀ ਬਖੇਵਤਾ, ਮਨ ਦੀ ਮੈਲ ਬਣੀ ਹੈ, ਨਿਸ਼ਕਾਮ ਕਰਮ ਕਰ ਲਏ, ਉਪਾਸਨਾ ਕਰ ਲਈ, ਫਿਰ ਇੱਕ ਰਹਿ ਗਿਆ ਨਾ ਅਵਰਨ। ਉਹਨੂੰ ਭੰਗ ਕਰਨ ਵਾਸਤੇ ਕੀ ਕਰਨਾ ਹੈ? ਤੂੰ ਜਿਹੜਾ ਹੈ, ਤੂੰ ਪਦ ਦਾ ਲੱਖ ਅਰਥ ਕੀ ਹੈ? ਅਲਪਗ ਜੀਵ, ਇਹ ਸਾਡੇ 'ਤੇ ਆਉਂਦਾ ਹੈ। ਅਲਪਗ ਜੀਵ ਆਤਮਾ ਸਾਖੀ, ਅਤੇ ਸਦਾ ਸਲਾਮਤ ਈਸ਼ਵਰ, ਉਹਦਾ ਆਤਮਾ ਸਾਖੀ। ਇਹ ਦੋਨੇ ਕੀ ਨੇ? ਨਿਰੰਕਾਰ, ਨਿਰੰਕਾਰ ਦਾ ਸਰੂਪ ਹਨ। ਇਉਂ ਆਪਣੇ ਸਰੂਪ 'ਤੇ ਨਿਸ਼ਚਾ ਕਰੋ, ਫੇਰ ਭਲਾ ਹੋਊਗਾ। ਧੰਨ ਗੁਰੂ ਨਾਨਕ ਸਾਹਿਬ ਸਿੱਧਾਂ ਨੂੰ ਵੀ ਨਿਹਾਲ ਕਰ ਦਿੱਤਾ, ਬ੍ਰਹਮ ਗਿਆਨ ਦੇ ਕੇ ਸਿੱਖਾਂ ਨੂੰ ਵੀ ਨਿਹਾਲ ਕਰ ਦਿੱਤਾ। ਹੁਣ ਭਾਈ ਸਿੱਖਾਂ ਦੇ ਵਿੱਚ ਆਪਾਂ ਨੂੰ, ਭਾਵੇਂ ਅਸੀਂ ਸਿੱਖ ਨਹੀਂ ਹਾਂ, ਪਰ ਸਾਨੂੰ ਗੁਰੂ ਨਾਨਕ ਦੇ ਸਿੱਖ ਕਹਿੰਦੇ ਆ। ਜਪਜੀ ਸਾਹਿਬ ਸਾਰੀ ਬ੍ਰਹਮ ਗਿਆਨ ਹੈ। ਬ੍ਰਹਮ ਗਿਆਨ ਦੇ ਵਿੱਚ ਮੂਲ ਮੰਤਰ, ਬਹੁਤਾ ਸਿਧਾਂਤ ਔਖਾ ਸੀ। ਵਾਹਿਗੁਰੂ ਮੰਤਰ ਦਾ ਪੂਰਾ ਟੀਕਾ ਹੈ ਮੂਲ ਮੰਤਰ। ਮੂਲ ਮੰਤਰ ਦਾ ਟੀਕਾ 6 ਪੌੜੀਆਂ 'ਚ, ਬਹੁਤਾ 7 ਪੌੜੀਆਂ ਤੱਕ, ਬਹੁਤਾ ਗੂੜਾ ਟੀਕਾ ਕੀਤਾ ਹੈ। ਸਾਰੇ ਜਪਜੀ ਸਾਹਿਬ ਦੇ 'ਚ ਮੂਲ ਮੰਤਰ ਦਾ ਟੀਕਾ ਹੀ ਹੈ। ਸਾਰਾ ਜਪਜੀ ਸਾਹਿਬ, ਇਹਨੂੰ ਮੂਲ ਸਮਝ ਲਈ ਤਾਂ ਗੁਰੂ ਗ੍ਰੰਥ ਸਾਹਿਬ ਸਾਰਾ ਜਪਜੀ ਸਾਹਿਬ ਦਾ ਟੀਕਾ ਹੈ। ਇਹ ਅੱਗੇ ਤੋਂ ਅੱਗੇ ਸੌਖਾ ਹੁੰਦਾ ਜਾਣਾ। ਹੁਣ ਆਓ ਇਸ ਪੌੜੀ ਦੀ ਜਿਹੜੀ ਮੁੱਖ ਵਿਚਾਰ ਜਿਹੜੀ ਸੀ, ਸਿਧਾਂਤ ਕੀ ਸੀ ਇਹਦਾ, ਜਿਹੜਾ ਸੁਣਿਆ ਸਮੁੱਚਾ ਇਹਦਾ ਕੀ ਰੂਪ ਹੈ।
ਇਹ ਪੌੜੀ ਤੇ ਰਾਜਸੀ ਤੇ ਤਾਮਸੀ ਸ੍ਰਿਸ਼ਟੀ ਦਾ ਵਰਣਨ ਕੀਤਾ। ਜਿਹੜਾ ਸਿੱਧਾ ਨੇ ਕਿਹਾ ਸੀ ਇਹਦਾ ਵਰਣਨ ਕਰੋ। ਅਣਗਿਣਤ ਪ੍ਰਕਾਰ ਦੇ ਜਪ, ਪੂਜਾ, ਪ੍ਰੇਮ, ਜਪ, ਤਪ ਤੇ ਤਪਾਂ ਦੇ ਤਪਾਉਣ ਵਾਲੇ, ਅਣਗਿਣਤੇ ਗ੍ਰੰਥ ਕਥਨ ਕਰਨ ਵਾਲੇ, ਮੁੱਖਾਂ ਤੋਂ ਵੇਦਾਂ ਦਾ ਪਾਠ ਉਚਾਰਨ ਕਰਨ ਵਾਲੇ, ਯੋਗ ਸਾਧਨਾ ਕਰਨ ਵਾਲੇ, ਮਨ ਵਿੱਚ ਉਦਾਸ ਰਹਿਣ ਵਾਲੇ, ਭਗਤ ਗੁਣ ਤੇ ਗਿਆਨ ਦੀ ਵਿਚਾਰ ਕਰਨ ਵਾਲੇ, ਸਤੀ ਸਤੀਆਂ ਦਾਤੇ ਅਣਗਿਣਤ। ਇੱਥੋਂ ਤੱਕ ਸਾਂਤਕੀ ਸ੍ਰਿਸ਼ਟੀ ਦਾ ਕਥਨ ਕੀਤਾ ਸੀ। ਇਸ ਤੋਂ ਕਿ ਰਾਜਸੀ ਸ੍ਰਿਸ਼ਟੀ ਦਾ ਕਥਨ, ਅਣਗਿਣਤ ਸੂਰਮੇ ਮੂੰਹ ਤੇ ਲੋਹੇ ਦੇ ਸ਼ਸਤਰ ਸਨਮੁਖ ਹੋ ਕੇ ਖਾਣ ਵਾਲੇ, ਪਿੱਠ ਨਹੀਂ ਮੋੜਦੇ, ਅਣਗਿਣਤ ਪ੍ਰਕਾਰ ਦੇ ਮੌਨ, ਤੇਲ ਧਾਰਾ ਵਕਤ ਬਿਰਤੀ ਲਾਉਣ ਵਾਲੇ, ਉਹਨਾਂ ਦਾ ਕਥਨ ਕੀਤਾ ਹੈ। ਤੇ ਕਿਸ ਵਿੱਚ ਐਸੀ ਸ਼ਕਤੀ ਹੈ? ਮਹਾਰਾਜ ਕਹਿੰਦੇ ਜਿਹੜਾ ਰਾਜਸੀ ਤਾਮਸੀ ਸਾਂਤਕੀ ਸ੍ਰਿਸ਼ਟੀ ਦਾ ਪੂਰਨ ਵਿਚਾਰ ਕਰ ਸਕੇ, ਪਿੱਛੇ ਤੋਂ ਇਹ ਕਹਿ ਦਿੱਤਾ। ਉਹ ਸਾਂਤਕੀ ਰਚਨਾ ਦਾ ਇੱਕ ਰੋਮ ਮਾਤਰ ਵੀ ਵਰਣ ਨਹੀਂ ਕੀਤਾ ਜਾ ਸਕਦਾ। ਇਸ ਪ੍ਰਕਾਰ ਫਿਰ ਕਹਿਣਾ ਬਣਦਾ ਹੈ ਕਿ ਹੇ ਵਾਹਿਗੁਰੂ, ਹੇ ਪ੍ਰਭੂ, ਜੋ ਤੈਨੂੰ ਭਾਉਂਦੀ ਹੈ, ਤੈਨੂੰ ਚੰਗੀ ਲੱਗਦੀ ਹੈ, ਉਹ ਸ੍ਰੇਸ਼ਟ ਕਾਰ ਸਫਲੀ ਹੈ। ਭਾਵ ਭਗਤੀ ਰੂਪੀ ਕਾਰ ਤੈਨੂੰ ਚੰਗੀ ਲੱਗਦੀ ਹੈ, ਅਸੀਂ ਉਹ ਕਰੀਏ ਤੇ ਤੂੰ ਸਦਾ ਸਲਾਮਤ ਕੀ ਇਸਤਤ ਰੂਪ ਹੈ ਅਤੇ ਨਿਰਾਕਾਰ ਹੈ। ਇੱਥੇ ਸਮਾਪਤੀ ਹੁੰਦੀ ਹੈ। 138 ਅੱਖਰਾਂ ਦੇ ਵਿੱਚ ਇਹ ਬ੍ਰਹਮ ਗਿਆਨ ਅੱਜ ਦਾ ਮਹਾਰਾਜ ਸਾਹਿਬ ਨੇ ਕਥਨ ਕੀਤਾ ਹੈ। ਇੱਥੇ ਹੁਣ ਸਮਾਪਤੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।